ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲਹਿ ਤਬ ਵਿਸ਼ਮ ਹੋਏ ਜਾਏ हम जैसे अपराधी अवर कोई राखै जैसे हम सतगुर राख लिए छड़ाए हम जैसे अपराधी अवर कोई राखै जैसे हम सतगुर राख लिए छड़ाए तू गुर पिता तू है गुर माता तू गुर बंदप मेरा सखा सखा दंडोत बंदन अनेक बार सर्व कला समरथ डोलन तेरा खो प्रभु नानक दे कर हथ परम सन्मान योग चवर छतर तखत दे मालिक जुगो जुग अटल साहिब श्री गुरु ग्रंथ साहिब सच्चे पातशाह महाराज जी दी पवित्र हजूरी दे अंदर सतगुरु गुरु ग्रंथ साहिब जी दे संपूर्णता दिवस नूं और संत बाबा करतार सिंह जी खालसा पिंडरा वाले उन्हां दी सिमरती विच ये विशेष गुरमत दीवान आयोजित किए गए। सन्मान योग भाई जंगबीर सिंह जी आप नाल गुरमत विचारां दी सांझ पा रहे सन। सन्मान योग भाई साहब भाई महल सिंह जी सतगुरु दे महान गुरसिख आत्मदर्शी महापुरख कलम दे धनी शस्त्र दे धनी बचन दे बली और धन गुरु रामदास जी दे चरना विच आपा समर्पण करन वाले बाबा दीप सिंह जी दी शहादत नूं
ਕਵਿਤਾ ਰਾਹੀਂ ਵਰਣਨ ਕਰ ਰਹੇ ਸਨ। ਪਰ ਕਰਨ ਗੁਰਮੁਖਾਂ ਨੇ ਦਾਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸੰਬੰਧ ਵਿੱਚ ਹੀ ਬਖਸ਼ਿਆ ਹੈ। ਹਾਂ, ਫਤਿਹ ਗਜਾਉਣ ਤੋਂ ਪਹਿਲਾਂ ਇੱਕ ਅਰਜ਼ ਜ਼ਰੂਰ ਕਰਦੇ ਹਾਂ। ਮੱਥੇ ਅਸੀਂ ਵੀ ਟੇਕਨੇ ਖਾਂ ਤੇ ਮੱਥਾ ਬਾਬਾ ਦੀਪ ਸਿੰਘ ਜੀ ਨੇ ਵੀ ਟੇਕਿਆ ਹੈ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਇੱਕ ਸ਼ਬਦ ਲਿਖਿਆ ਹੈ ਕਿ ਸੀਸ ਸੁਦਾ ਸਰਹੇਤ ਕਰ, ਦੇਵਾਂਗੇ ਖਮ ਜਾਏ, ਕਰ ਅਰਦਾਸਾ ਚੱਲ ਪਏ, ਸਿੰਘ ਜੀ ਫਤਿਹ ਗਜਾਏ। ਬਾਬਾ ਦੀਪ ਸਿੰਘ ਜੀ ਲਈ ਹੁਣ ਅਸੀਂ ਸਰਵਣ ਕਰ ਰਹੇ ਸਾਂ। ਜਦੋਂ ਕਿਸੇ ਦੀ ਅਣਖ ਨੂੰ, ਧਰਮ ਨੂੰ ਕੋਈ ਵੰਗਾਰਦਾ ਹੈ, ਆਮ ਲੋਕ ਸ਼ਬਦ ਕਹਿੰਦੇ ਨੇ ਇਸ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਇਹ ਸ਼ਬਦ ਵਰਤਦੇ ਆ, ਇਸ ਨਾਲੋਂ ਮਰ ਜਾਣਾ ਚੰਗਾ ਹੈ। ਪਰ ਇਹ ਪਰਨ ਬੜਾ ਦੁਨੀਆ ਤੋਂ ਅਨੋਖਾ ਸੀ ਕਿ ਓਨੀ ਦੇਰ ਤੱਕ ਮੈਂ ਮਰਨਾ ਨਹੀਂ ਜਿੰਨੀ ਦੇਰ ਤੱਕ ਗੁਰੂ ਰਾਮਦਾਸ ਦੇ ਘਰ ਵਿੱਚ ਨਹੀਂ ਪਹੁੰਚ ਜਾਂਦਾ। ਫਿਰ ਬੇਨਤੀ ਸੁਣਿਓ, ਉੱਥੇ ਨਮਸਕਾਰ ਕੀਤੀ। ਗਿਆਨੀ ਗਿਆਨ ਸਿੰਘ ਨੇ ਸ਼ਬਦ ਲਿਖੇ ਨੇ, ਚਲੀ ਤੇਗ ਅਤ ਬੇਗ ਸਿਉ ਦੋ ਕੇਰ ਬਲਤਾਰ, ਉਤਰ ਗਏ ਸੀਸ ਦੁਆ ਕੇ ਪਰਸ ਪਰੇ ਇਕਸਾਰ। ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਚਲੀ ਤੇਗ ਅਤ ਬੇਗ ਸਿਉ ਦੋ ਕੇਰ ਸਾਂਝਾ ਵਾਰ ਹੋਏ, ਦੋ ਕੇਰ ਬਲਤਾਰ, ਉਤਰ ਗਏ ਸੀਸ ਦੁਆ ਕੇ ਪਰਸ ਪਰੇ ਇਕਸਾਰ। ਪਰ ਜਿਸ ਪਠਾਨ ਨੇ ਸਿਰ ਲਾਇਆ ਉਹ ਕਿੰਨਾ ਕੁ ਬਹਾਦਰ ਹੋਵੇਗਾ। ਆਖਰ ਉਹਦੀਆਂ ਬਾਹਾਂ 'ਚ ਦਮ ਹੈ। ਉਹਨੇ ਇਸ ਬਜ਼ੁਰਗ ਜਰਨੈਲ ਨੂੰ ਵੰਗਾਰਿਆ। ਬਹਾਦਰ ਇੰਨੇ, ਉਹ ਸਿਰ ਉਤਾਰ ਸਕਦਾ ਹੈ, ਸਿਰ ਉਤਰਵਾ ਸਕਦਾ ਹੈ, ਸਿਰ ਲਾ ਸਕਦਾ ਹੈ, ਸਿਰ ਲੁਹਾ ਸਕਦਾ ਹੈ। ਪਰ ਉਹਦੇ ਕੋਲ ਇੰਨੀ ਤਾਕਤ ਨਹੀਂ ਕਿ ਉਤਰੇ ਹੋਏ ਨੂੰ ਆਪਣੀ ਹੱਥ ਦੀ ਤਲੀ ਤੇ ਰੱਖ ਸਕੇ। ਉਹ ਕੇਵਲ ਬਾਬਾ ਦੀਪ ਸਿੰਘ ਜੀ ਕੋਲ ਹੈ। ਮੈਂ ਫਤਿਹ ਤੋਂ ਪਹਿਲਾਂ, ਕਿਉਂਕਿ ਵਿਸ਼ਾ ਮੇਰਾ ਇਹ ਨਹੀਂ, ਤੇ ਬੁਲਾਰੇ ਦੀ ਇੱਕ ਕਮਜ਼ੋਰੀ ਹੁੰਦੀ ਹੈ, ਜਿਹੜੀ ਉਹਦੇ ਤੋਂ ਪਹਿਲਾਂ ਗੱਲ ਚੱਲਦੀ ਹੋਵੇ, ਬਦੋ ਬਦੀ ਉਹਦੇ ਅੰਦਰ ਦੇ ਥਾਟਸ ਜਿਹੜੇ ਨੇ ਉਸ ਪਾਸੇ ਚੱਲਣ ਲੱਗ ਪੈਂਦੇ। ਮੈਂ ਬੇਨਤੀ ਕਰਾਂ, ਕੋਈ ਵੀ ਬੁਲਾਰਾ ਬੋਲੇਗਾ ਉਹਦੇ ਅੰਦਰ ਨੂੰ ਉਹ ਖਿਆਲ ਪ੍ਰਭਾਵਿਤ ਕਰਨਗੇ। ਇੱਕ ਦਿਨ ਉਰਦੂ ਦੀ ਕਿਤਾਬ ਸੀ ਦਰਦ ਦਿਲ, ਉਹਦੇ ਚ ਉਹਨੇ ਸਜਦੇ ਦੀ ਗੱਲ ਕੀਤੀ। ਉਹ ਕਹਿੰਦਾ ਅਸੀਂ ਲੋਕ ਸਜਦਾ ਕਰਨੇ ਆ ਰੱਬ ਸਾਹਮਣੇ, ਤੇ ਕਈ ਵਾਰੀ ਮੱਥੇ ਉੱਤੇ ਮੱਥਾ ਟੇਕਣ ਦਾ ਨਿਸ਼ਾਨ ਪੈ ਜਾਂਦਾ, ਮਿੱਟੀ ਲੱਗ ਜਾਂਦੀ। ਮੁਸਲਮਾਨ ਸਜਦਾ ਕਰਦੇ ਨੇ, ਉਹਨਾਂ ਦੇ ਮੱਥੇ ਦੇ ਉੱਤੇ ਗੂੜਾ ਨਿਸ਼ਾਨ ਕਈ ਵਾਰੀ ਤੁਸੀਂ ਦੇਖਦੇ ਹੋ, ਉਹ ਸਜਦੇ ਵਾਲੇ ਦਾ ਹੁੰਦਾ। ਉਹ ਕਹਿੰਦਾ ਜੇ ਮੱਥਾ ਟੇਕ ਕੇ ਮੱਥੇ ਤੇ ਨਿਸ਼ਾਨ ਪਿਆ ਤੇ ਕਾਹਦਾ ਮੱਥਾ ਟੇਕਿਆ? ਕੋਈ ਇਹੋ ਜਿਹਾ ਜ਼ਮੀਨ ਤੇ ਮੱਥਾ ਟੇਕਦੇ ਕਿ ਰਹਿੰਦੀ ਦੁਨੀਆ ਤੱਕ ਜ਼ਮੀਨ ਤੇ ਨਿਸ਼ਾਨ ਰਹੇ। ਫਿਰ ਸੁਣਿਓ, ਮੱਥਾ ਟੇਕ ਕੇ ਮੱਥੇ ਤੇ ਨਿਸ਼ਾਨ ਪਿਆ ਤੇ ਕੀ ਪਿਆ? ਕੋਈ ਇਹੋ ਜਿਹਾ ਧਰਤੀ ਤੇ ਮੱਥਾ ਟੇਕ ਜਾ ਕੇ ਧਰਤੀ ਉੱਤੇ ਵੀ ਨਿਸ਼ਾਨ ਰਹੇ। ਸੱਚ ਇਹ ਵੇ, ਬਾਬਾ ਦੀਪ ਸਿੰਘ ਜੀ ਨੇ ਐਸਾ ਮੱਥਾ ਟੇਕਿਆ, ਸਦੀਆਂ ਲੰਘਣ ਤੋਂ ਬਾਅਦ ਵੀ ਹਰਮੰਦਰ ਸਾਹਿਬ ਉੱਤੇ ਮੱਥਾ ਟੇਕਣ ਵਾਲੀ ਥਾਂ ਦਾ ਨਿਸ਼ਾਨ ਨਹੀਂ ਮਿਟਿਆ। ਉਹ ਧਰਤੀ ਤੇ ਨਿਸ਼ਾਨ ਪੈ ਗਿਆ। ਉਰਦੂ ਦੀਆਂ ਦੋ ਸਤਰਾਂ ਨੇ, ਉਹ ਕਹਿੰਦਾ ਨਿਸ਼ਾਨੇ ਸਜੂਦ ਤੇਰੀ ਜੰਬੀ ਪਰ ਹੁਆ ਤੋ ਕਿਆ। ਦੋ ਸ਼ਬਦ ਨੇ, ਇੱਕ ਜ਼ਮੀ ਤੇ ਇੱਕ ਜੰਬੀ। ਮੀਮ ਨਾਲ ਜੀਮ ਤੇ ਮੀਮ ਵੱਡੀਏ ਜਮੀ ਬਣਦਾ ਹੈ, ਇਹਦਾ ਅਰਥ ਹੈ ਜ਼ਮੀਨ, ਤੇ ਜੰਬੀ ਦਾ ਅਰਥ ਹੁੰਦਾ ਮੱਥਾ। ਨਿਸ਼ਾਨੀ ਸਜੂਦ, ਸਜਦੇ ਦਾ ਨਿਸ਼ਾਨ। ਨਿਸ਼ਾਨੀ ਸਜੂਦ ਤੇਰੀ ਜੰਬੀ ਪਰ ਹੁਆ ਤੋ ਕਿਆ। ਕੋਈ ਐਸਾ ਸਜਦਾ ਕਰਕੇ ਜ਼ਮੀ ਪਰ ਵੀ ਨਿਸ਼ਾਨ ਰਹੇ। ਕੋਈ ਇਹੋ ਜਿਹਾ ਮੱਥਾ ਟੇਕ ਧਰਤੀ ਉੱਤੇ ਵੀ ਨਿਸ਼ਾਨ ਪੈ ਜਾਏ। ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਦੀ ਇੱਕ ਪੁਸਤਕ ਹੈ, ਗੁਰਮਤ ਨਾਮ ਅਭਿਆਸ ਕਮਾਈ। ਉਹਦੀ ਆਰੰਭਕ ਭੂਮਿਕਾ 'ਚ ਕਹਿੰਦੇ ਆ ਕਿ ਬਾਬਾ ਦੀਪ ਸਿੰਘ ਜੀ ਦਾ ਖੰਡਾ ਜਿਹਦੇ ਸਿਰ ਤੇ ਪੈਂਦਾ ਸੀ, ਸੱਚ ਵੇ ਨਾਮ ਦੀ ਕਣੀ ਦਾ ਅਸਰ ਉੱਥੇ ਵੀ ਹੋ ਜਾਂਦਾ ਸੀ। ਮੈਂ ਬੇਨਤੀ ਕਰਾਂਗਾ, ਬਾਬਾ ਜੀ ਦੇ ਜੀਵਨ ਤੇ ਇੱਕ ਥੀਸਿਸ ਲਿਖਿਆ ਇੱਕ ਬੀਬੀ ਨੇ।
ਉਹ ਕਹਿੰਦੀ ਹੈ ਆਨੰਦਪੁਰ ਸਾਹਿਬ 3 ਮਹੀਨੇ ਬਾਬਾ ਦੀਪ ਸਿੰਘ ਜੀ ਨੇ ਕਥਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹੰਦ ਫਤਿਹ ਤੋਂ ਬਾਅਦ ਉੱਥੇ ਫਿਰ ਬਾਬਾ ਜੀ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਮਿਲਿਆ ਕੌਮ ਵੱਲੋਂ। ਉਸ ਮੈਂ ਤਾਂ ਉਹ ਜ਼ਿਕਰ ਕਰ ਦਿੱਤਾ ਜੇ ਲੋਕ ਪੁੱਛਦੇ ਕਿੱਥੋਂ ਪੜਿਆ, ਕਿਉਂਕਿ ਜਦੋਂ ਸੱਚ ਦੀ ਬਾਣੀ ਨੂੰ ਵੀ ਲੋਕ ਗੱਪ ਬਣਾ ਲੈਣ ਫਿਰ ਆਪ ਬੰਦੇ ਦੀ ਗੱਲ ਕਰਦੇ ਆ ਉਦਾਹਰਨ ਦੇਣੀ ਪੈਂਦੀ ਕਿੱਥੋਂ ਪੜਿਆ। ਆਓ 4 ਦਿਨ ਜਿੰਨੇ ਦਿਨ ਵੀ ਕਥਾ ਹੈ, ਜਿੰਨੇ ਦੀਵਾਨ ਪ੍ਰਕਰਨ ਬਾਣੀ ਦਾ ਹੈ, ਸ਼ਬਦ ਦਾ ਹੈ, ਅੱਜ ਤੋਂ ਸ਼ੁਰੂ ਕਰਕੇ ਸਮਾਪਤੀ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਿਤਨੀ ਕੁ ਸਮਝ ਦਾਤੇ ਨੇ ਬਖਸ਼ੀ, ਜਿੰਨੀ ਕੁ ਸੋਝੀ ਬਖਸ਼ੀ, ਉਹ ਵਿਚਾਰ ਆਪ ਨਾਲ ਸਾਂਝੇ ਕਰ ਸਕਾਂ। ਕਿਉਂਕਿ ਕੋਈ ਵੀ ਸੰਸਾਰ ਵਿੱਚ ਐਸਾ ਪੈਦਾ ਨਹੀਂ ਹੋਇਆ ਜਿਹੜਾ ਸ਼ਬਦ ਨੂੰ ਮੁਕੰਮਲ ਬਿਆਨ ਕਰ ਗਿਆ ਹੋਵੇ। ਸ਼ਬਦ ਨਹੀਂ ਬਿਆਨ ਹੋ ਸਕਦਾ। ਫਿਰ ਬੇਨਤੀ ਸੁਣਿਓ, ਹਜ਼ੂਰ ਨੇ ਸ਼ਬਦ ਵਰਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਜਪਜੀ ਸਾਹਿਬ ਚ। ਜਿੰਨੇ ਅੱਜ ਤੱਕ ਪਰਮਾਤਮਾ ਦੀ ਸਿਫਤ ਕਰਨ ਵਾਲੇ ਪਹਿਲਾਂ ਹੋਏ ਨੇ ਤੇ ਜਿੰਨੇ ਹੋਣੇ ਕੱਲੇ ਸਿੱਖਾਂ ਚ ਨਹੀਂ, ਜਿਹੜੇ ਆਜ ਤੱਕ ਨੇ, ਜਿੰਨੇ ਅੱਜ ਤੀਕਰਾ ਪਰਮਾਤਮਾ ਨੂੰ ਗਾਉਣ ਵਾਲੇ ਹੋਏ, ਜਿੰਨੇ ਅੱਜ ਵੀ ਨੇ, ਇਹ ਸਾਰੇ ਦੁਬਾਰਾ ਇਕੱਠੇ ਹੋ ਕੇ ਰੱਬ ਨੂੰ ਫਿਰ ਪੁਕਾਰਨ, ਫਿਰ ਵੀ ਪਰਮਾਤਮਾ ਪੂਰਾ ਨਹੀਂ ਕਿਹਾ ਜਾ ਸਕਦਾ। केते आखें आखण पाहें, केते कह कहे उठ उठ जाहे, एते कीते होर करें ता आख न सकें के उसनू कौन मुकम्मल बयान कर सकता है। आओ बख्शो असीस, मैं आप जी दे सन्मुख कुछ बेनतियां कर सकां। गुरु बख्शी फतेह स्वीकार करो और उच्चारण करो जी। वाहिगुरु जी का खालसा, वाहिगुरु जी की फतेह। असीं श्री गुरु ग्रंथ साहिब जी दा संपूर्णता दिवस मना रहे हां। उंज श्री गुरु ग्रंथ साहिब दे 3 दिहाड़े समुचा सिख जगत भावना नाल मनांदा है। सब तो पहला गुरु ग्रंथ साहिब दा प्रथम प्रकाश दिहाड़ा, प्रकाश दिवस जिन्हों कहने हैं पहला, पिछले सालों तो कुछ सालों तो संपूर्णता दिवस, जिस दिन हजूर ने दमदमा साहिब दी धरती ते गुरु ग्रंथ साहिब दी बाणी एक थां इकत्तर जो हुई सी, अपने कंठों उच्चारण करके, कई बार जो शब्द होंगे ना कंठों उच्चारण करके, ते आम बंदे दिमागी तल ते सोचन वाले सोचन लग पेंदे सारी जबानी कंठ। याद रखियो ये दशमेश पिता है, जिन्हों भाई साहब भाई नंद लाल साहब कहते कादरे खरकार गुरु गोबिंद सिंह, बेकसारा यार गुरु गोबिंद सिंह। उसकी आस्था इन्नी प्रबल है, वो कहते ने दुनिया की हर कार दे करते दा नाम गुरु गोबिंद सिंह है। हर कार गुरु गोबिंद सिंह करने वाले ने। इतों तक शब्द वरत्या कि परमात्मा की दरगाह का जिहड़ा रूहानियत का खजाना है, जो स्पिरिचुअलिटी का भंडार है, उस खजाने की चाबी अकाल पुरख वाहिगुरू ने गुरु गोबिंद सिंह जी को बख्शी हुई है। असीं वो सारे पढ़ने हक राग गंजूर गुरु गोबिंद सिंह। गंज का अर्थ हुंदा खजाना ते गंजूर का अर्थ है खजानची। अकाल पुरख ने अपने रूहानियत के खजाने की कुंजी चाबी धन गुरु गोबिंद सिंह महाराज जी ने बख्शी हुई है। वह समकाली है हजूर दा। सतगुरु गुरु गोबिंद सिंह जी ने जदों गुरु तेग बहादुर साहब जी की बाणी दर्ज की, तीसरा दिन असीं मनाने हां श्री गुरु ग्रंथ साहिब जी का गुरगद्दी वाला दिहाड़ा। पहला दिन हरमंदर साहिब नाल संबंधित है, दूसरा दिन दमदमा साहिब की धरती नाल संबंधित है, ते तीसरा सचखंड हजूर साहिब अबचल नगर नदेड़ साहिब नाल संबंधित है। उंज दास कई बारी बेनती करदा है कि पहले पातशाह दे सिर्फ 2 दिन मनाए जाते, हजूर दा आगमन दिवस ते सतगुरु दा ज्योति जोत समावन। क्योंकि ज्योति जोत समावन शब्दावली साडे पिछोकड़ तो आ रही है। हुणे भाई साहब जंग वीर सिंह
प्रमाण दे के गए, जोत रूप और आप गुरु नानक कहायो। वो तो आप परम जोत है, पर असी 2 दिन मनाने कि गुरु नानक साहब का आगमन दिवस ते गुरु नानक साहब जी का प्रभुपुर प्याना दिवस। अज तੀਕਰਾ किसे सिख ने गुरु नानक साहब का गुरगद्दी दिन नहीं मनाया। क्यों? क्योंकि वह धुर दरगाह तो खुद आप ही गुरु बन के आए। जे निराकार ने साकार का जिहड़ा चोला धारण किया, उसका नाम धन गुरु नानक साहब महाराज जी से, जिन्हां दा जिक्र भाई साहब करके गए। सब तो ज्यादा पूर्व असी गुरु हरगोबिंद साहब के जीवन नाल संबंधित मनाने। आप सब नूं पता है कि गुरु हरगोबिंद साहब का आगमन दिवस मनाया जाता है, गुरु हरगोबिंद साहब जी का गुरगद्दी दिन मनाया जाता है, गुरु हरगोबिंद साहब महाराज जी का अकाल तख्त की सिरजना का दिन मनाया जाता है, गुरु हरगोबिंद साहब का शस्त्र धारण करने का दिन मनाया जाता है, गुरु हरगोबिंद साहब का बंदी छोड़ दिवस मनाया जाता है, ते गुरु हरगोबिंद साहब का प्रभुपुर प्याना दिवस मनाया जाता है। सब तो ज्यादा पूर्व 6वें गुरुदेव नाल संबंधित आप मनाने। गुरु नानक साहब दे 2, गुरु ग्रंथ साहब दे 3, पर एक दिवस हर एक गुरु साहब का 10 गुरु साहबाना का आप मनाया। उसी ज्योति जोत समावन दिवस। पर याद रखियो, शब्द अटल है, गुरु ग्रंथ साहब का प्रकाश है, संपूर्णता है, गुरगद्दी है, पर गुरु ग्रंथ साहब ली ज्योति जोत लफ्ज नहीं वरतांगे, क्योंकि शब्द नूं कदी समा खत्म कर ही नहीं सकता। बेनती है जो अर्ज करनी चाहना, असी श्री गुरु ग्रंथ साहब जी नूं नमस्कार करने का। सब तो पहले भगत गुरु ग्रंथ साहब दे अंदर जेड़े ने, उन्हें भगत जयदेव जी। कुछ भगत ऐसे ने जेड़े बाणी दे रचनाकार नहीं, बाकी भगत जेड़े गुरु ग्रंथ साहब सरलेख है वो बाणी दे रचयिता ने। बाणी दे रचनाकार कौन ने? ध्रुव जी नूं भगत मने, पर पूरे गुरु ग्रंथ साहब विच उन्हां दी एक सतर भी नहीं। प्रहलाद जी नूं भगत मने ते स्वीकारिया है, हर जुग जुग भगत उपाया पैज रखदा आया, राम राजे हर नाक्ष दुष्ट हर मारिया प्रहलाद तराया। पर प्रहलाद जी की कोई रचना नहीं। इन्हां दोनों भगतां दा जिक्र है, बिदर दी भगती दा जिक्र है। गुरु ग्रंथ साहब विच नारद नूं भगता दा भगत दा दर्जा दिता है। जहां जहां ध्रुव नारद टेकै नैक टिकावो मोहे, भगत नामदेव जी। पर वो भगत बाणीकार नहीं, हर युग विच भगत होए। उन्हां विचों असी उन्हां भगतां दा जिक्र गुरु ग्रंथ साहब विचों पढ़दे हां। बेनती करा, सब तो पहले भगत गुरु ग्रंथ साहब विच भगत जयदेव जी ने। उन्हां दा आगमन सन 1170 दा है। गुरु नानक साहब दा आगमन 1469 दा है। 3 सदियां दा फर्क है। उस तो बाद जेड़े भगत ने, वो बाबा फरीद जी ने। आप बाणी पढ़न वाले बैठे हो, भगत बाबा फरीद जी, उन्हां दी रचना उत्ते किते भगत शब्द नहीं आया। शेख फरीद आपां पढ़ने का, भावें आसा राग पढ़ो, सोई राग पढ़ो, उन्हां दे सलोक पढ़ो, पर कमाल दी गल उत्थे सिर्फ शेख फरीद है। पर सब तो पहला भगत दी परिभाषा गुरु ग्रंथ साहब विच बाबे फरीद ने दिती है। मत खुंदी होए ए आना, ताण खुंदा होए निताणा, अण खुंदा आप वंडाए, कोई ऐसा भगत सदाए। बेनती जड़ी कर लगा, ये जो धुर की बाणी है, अकाली बाणी है, खसम की बाणी है, साध की बाणी है, वहां वहां बाणी निरंकार है, एक है की बेनती है। देखो इस बारे मुकम्मल मैं आरंभ च क्या, कोई भी कथावाचक, कोई भी लिखारी, कोई भी विद्वान बोलन का यत्न करे, शब्द की गल करके विस्मादित हो जाएगा, पर शब्द की मुकम्मल गल कदी नहीं हो सकती। मेरी बेनती है, गुरु ग्रंथ साहब की बाणी जो है, पहली बेनती है कि यह बाणी ग्रंथां नूं पढ़ के नहीं लिखी गई, कुछ ग्रंथ पढ़ के रचना नहीं की गई। दूजी गल, ये गुरबाणी जो है, ये केवल बुद्धि विचों उपजे हुए ख्याल नहीं कि कवि सज्जन कविता लिखते हैं, वो अपने ख्यालों नूं कलम बंद करते हैं,
ਇਹ ਬਾਣੀ ਤਾਂ ਉਸ ਪਰਮਾਤਮਾ ਵਿੱਚ ਆਪੇਦ ਹੋਏ ਮਹਾਂਪੁਰਖ ਗੁਰੂ ਸਾਹਿਬਾਨ ਉਹਨਾਂ ਦੇ ਅੰਦਰ ਜੋ ਉਸ ਅਭੇਦਤਾ ਦਾ ਅਨੁਭਵ ਹੈ, ਸੱਚੀ ਸਰਕਾਰ ਨੇ ਉਸ ਅਨੁਭਵ ਨੂੰ ਸੰਸਾਰ ਦੇ ਪਾਰ ਉਤਾਰੇ ਦੇ ਲਈ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਬਾਣੀ ਦੇ ਲਫ਼ਜ਼ੀ ਅਰਥ ਅਸੀਂ ਪੰਜਾਬੀ ਚ ਬਾਣੀ ਪੜ੍ਹਨੇ ਖਾਂ, ਸੰਸਕ੍ਰਿਤ ਵੀ ਸ਼ਬਦ ਹੁੰਦਾ ਬਾਣੀ। ਬਾਣੀ ਦੇ ਲਫ਼ਜ਼ੀ ਅਰਥ ਹੁੰਦੇ ਨੇ ਬੋਲ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਸ਼ਬਦ ਕੱਚ ਨਾਲ ਵੀ ਜੋੜ ਕੇ ਵੇਖਿਆ ਤੇ ਬਾਣੀ ਸ਼ਬਦ ਸੱਚ ਨਾਲ ਵੀ ਜੋੜਿਆ ਹੈ। ਆਨੰਦ ਸਾਹਿਬ ਵਿੱਚ ਅਸੀਂ ਪੜ੍ਹਨੇ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਉਸ ਤੋਂ ਅਗਲੀ ਪੌੜੀ ਹੈ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਸੱਚੀ ਬਾਣੀ ਤੇ ਕੱਚੀ ਬਾਣੀ। ਬਾਣੀ ਸ਼ਬਦ ਸੱਚ ਨਾਲ ਵੀ ਲੱਗਾ ਹੈ ਤੇ ਬਾਣੀ ਸ਼ਬਦ ਜੋ ਹੈ ਉਹ ਕੱਚ ਨਾਲ ਵੀ ਲੱਗਾ ਹੈ। ਗੁਰੂ ਸਾਹਿਬਾਨ, ਭਗਤ ਸਾਹਿਬਾਨ, ਮਹਾਂਪੁਰਖ ਜਿਹੜੇ ਬਾਣੀਕਾਰ ਨੇ, ਉਹਨਾਂ ਦੇ ਹਿਰਦੇ ਦਾ ਪ੍ਰਕਾਸ਼ ਹੈ, ਅਨੁਭਵ ਹੈ, ਅਭੇਦਤਾ ਹੈ। ਪਰ ਗੁਰਮੁਖੋ ਫਰਕ ਹੈ ਥੋੜਾ ਜਿਹਾ। ਕਈ ਵਾਰੀ ਕੀ ਸੱਜਣ ਕਹਿ ਦਿੰਦੇ ਆ ਜੀ, ਜੇ ਅਸੀਂ ਪਾਣੀ ਪਾਣੀ ਕਹੀ ਜਾਾਂਗੇ ਪਿਆਸ ਬੁੱਝ ਜਾਏਗੀ। ਬਿਲਕੁਲ ਸੱਚ ਨਹੀਂ ਬੁੱਝੇਗੀ। ਅੱਗ ਨੂੰ ਯਾਦ ਕਰਾਂਗੇ ਤੇ ਨਿੱਘ ਨਹੀਂ ਆਏਗਾ। ਪਰ ਦਾਸ ਇੱਕ ਬੇਨਤੀ ਕਰਦਾ ਹੈ ਕਿ ਪਾਣੀ ਸ਼ਬਦ ਵਿੱਚ ਪਾਣੀ ਹੈ ਨਹੀਂ, ਸਿਰਫ ਪਾਣੀ ਦਾ ਇਸ਼ਾਰਾ ਹੈ। ਅੱਗ ਸ਼ਬਦ ਵਿੱਚ ਅੱਗ ਦਾ ਨਿੱਘ ਨਹੀਂ, ਉਹ ਸਿਰਫ ਅੱਗ ਦਾ ਇਸ਼ਾਰਾ ਹੈ। ਮਿੱਟੀ ਸ਼ਬਦ ਵਿੱਚ ਸਿਰਫ ਮਿੱਟੀ ਦੇ ਬਾਰੇ ਦੱਸਿਆ, ਮਿੱਟੀ ਹੈ ਨਹੀਂ। ਪਰ ਬਾਣੀ ਨੂੰ ਪਾਣੀ, ਅੱਗ, ਮਿੱਠੇ ਆਦਿਕ ਨਾਲ ਤੁਲਨਾ ਮਤ ਦਈਏ। ਸੱਚ ਇਹ ਵੇ ਕੱਲੀ ਬਾਣੀ ਅੱਖਰ ਹੀ ਨਹੀਂ, ਇਹਨਾਂ ਅੱਖਰਾਂ ਵਿੱਚ ਬਾਣੀ ਦਾ ਕਰਤਾ ਆਪ ਸਮੋਇਆ ਹੋਇਆ ਹੈ। ਫਿਰ ਬੇਨਤੀ ਸੁਣਿਓ, ਪਾਣੀ 'ਚ ਪਾਣੀ ਨਹੀਂ, ਅੱਗ 'ਚ ਅੱਗ ਨਹੀਂ। ਕਈ ਵਾਰੀ ਸ਼ਬਦ ਸੁਣਨ ਨੂੰ ਮਿਲਦੇ ਆ। ਦੇਖੋ ਜੀ, ਜੇ ਆਪਾਂ ਜ਼ਬਾਨ ਤੋਂ ਖੰਡ ਖੰਡ, ਭਾਈ ਸਾਹਿਬ ਵੀ ਵਰਤਿਆ, ਖਾਂਡ ਖਾਂਡ ਕਹੇ ਜੈਸੇ ਮਿੱਠੇ ਦੀ ਗੱਲ ਕੀਤੀ, ਉਹ ਅਸੀਂ ਕਈ ਵਾਰੀ ਕਹਿੰਦੇ ਨੇ। ਉੱਥੇ ਵੇਖੋ ਨਾ ਸ਼ਬਦ ਵਰਤਿਆ, ਤੂੰ ਕੱਲੀਆਂ ਗੱਲਾਂ ਕਰੀ ਜਾ ਰਿਹਾ, ਰਹਿਤ ਕਮਾ। ਫਿਰ ਜਦੋਂ ਕੋਈ ਰਹਿਤ ਵਿੱਚ ਧਾਰਨ ਕਰਕੇ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਅਸੀਂ ਫੱਟ ਪ੍ਰਮਾਣ ਦਿੰਦੇ ਹਾਂ ਵੀ ਜੀ ਖੰਡ ਖੰਡ ਕਿਆ ਥੋੜਾ ਗੱਲ ਬਣਨੀ ਹੈ। ਜਿੰਨੀ ਦੇਰ ਤੱਕ ਖੰਡ ਜੀਭ ਤੇ ਨਹੀਂ ਰੱਖੀ ਜਾਂਦੀ, ਗੁਰਮਖੋ ਜੀਭ ਤੇ ਖੰਡ ਦੋ ਚੀਜ਼ਾਂ ਨੇ। ਬਾਹਰੋਂ ਖੰਡ ਰੱਖਾਂਗੇ ਤਾਂ ਜੀਭ ਨੂੰ ਸਵਾਦ ਆਏਗਾ, ਪਰ ਬਾਣੀ ਐਸੀ ਨਹੀਂ। ਜਦੋਂ ਸਿੱਖ ਬਾਣੀ ਦਾ, ਨਾਮ ਦਾ, ਗੁਰਮੰਤਰ ਦਾ ਅਭਿਆਸ ਕਰਦਾ ਹੈ, ਸੱਚ ਇਹ ਵੇ ਕਿ ਉਹ ਮਿਠਾਸ ਗੁਰਮੰਤਰ ਤੇ ਬਾਣੀ ਵਿੱਚੋਂ ਆਪ ਹੀ ਪੈਦਾ ਹੋ ਜਾਂਦੀ ਹੈ। ਖੰਡ ਤਾਂ ਬਾਹਰੋਂ ਮੁਤਾਜ ਹੈ ਜੀਵ। ਫਿਰ ਬੇਨਤੀ ਕਰਾਂ, ਇਹ ਬਾਣੀ ਖਸਮ ਦੀ ਬਾਣੀ, ਧੁਰ ਕੀ ਬਾਣੀ, ਉਹ ਪ੍ਰਕਾਸ਼ ਹੈ। ਇੱਥੇ ਜਿਵੇਂ ਅਸੀਂ ਬਾਣੀ ਚੋਂ ਵੀ ਸ਼ਬਦ ਪੜ੍ਹਦੇ ਹਾਂ, ਬਾਣੀ ਦੇ ਰਚੈਤਿਆਂ ਨੇ ਆਪਣੇ ਮੁਖਾਰਬਿੰਦ ਤੋਂ ਇੱਕ ਬਚਨ ਕਿਹਾ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ। ਇਹਦਾ ਅਰਥ ਹੈ ਜਿਹੜੀ ਇੱਕ ਆਤਮਾ ਪਰਮ ਆਤਮਾ ਵਿੱਚ ਮਿਲ ਜਾਏ, ਕੀ ਉਸ ਨੂੰ ਅਭੇਦ ਕੋਈ ਨੂੰ ਵੱਖ ਕੀਤਾ ਜਾ ਸਕਦਾ? ਏਕ ਜੋਤ ਏਕਾ ਮਿਲੀ ਕਿੰਬਾ, ਕੀ ਉਸ ਨੂੰ ਵੱਖ ਕਰ ਲਾਂਗੇ? ਅੱਗੇ ਬਚਨ ਕਹੇ ਮਹੋਏ, ਕਿੰਬਾ ਹੋਏ ਮਹੋਏ। ਉਹ ਕਹਿੰਦੇ ਨੇ ਮਹੋਏ ਕਦਾਚਿਤ ਨਹੀਂ। ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹਿ ਰਹਾਉ। ਸਾਧ ਮਿਲੈ ਸਿਧ ਪਾਈਐ ਕਿ ਇਹ ਜੋਗ ਕੇ ਭੋਗ, ਦੋਇ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਲੋਕ ਜਾਣੈ ਇਹੋ ਗੀਤ ਹੈ। ਲੋਕ ਸਮਝਦੇ ਨੇ ਸਿਰਫ ਸ਼ਬਦ ਇਕੱਠੇ ਕਰਕੇ ਇਹ ਕਾਵਕ ਰੂਪ ਦੇ ਦਿੱਤਾ। ਨਹੀਂ ਗੁਰਮੁਖੋ, ਭਗਤ ਬਾਣੀ ਦੇ ਰਚੈਤਾ ਕਹਿ ਰਿਹਾ, ਲੋਕ ਜਾਣੇ ਇਹੋ ਗੀਤ ਕਹਿ, ਇਹ ਤੋਂ ਬ੍ਰਹਮ ਵਿਚਾਰ ਜੋ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਹਰ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਫਿਰ ਬੇਨਤੀ ਥੋੜੀ ਜਿਹੀ ਧਿਆਨ ਨਾਲ ਸੁਣਿਓ। ਇੱਕ ਵਾਰੀ ਸੱਜਣ ਨੇ ਕਿਹਾ ਕਿ ਸਾਰਿਆਂ ਅੰਦਰ ਪਰਮਾਤਮਾ ਹੈ ਤੇ ਬਾਣੀ ਇਹਨਾਂ ਹਿਰਦਿਆਂ ਚ ਕਿਉਂ ਆਈ? ਦਾਸ ਨੇ ਇੱਕ ਉਦਾਹਰਨ ਦਿੱਤੀ ਸੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦੇ ਵੀ ਬੋਲ ਨੇ ਕਿ ਦੇਖੋ, ਸੂਰਜ ਸਾਰੀਆਂ ਥਾਵਾਂ ਤੇ ਆਪਣੀ ਕਿਰਨਾਂ ਬਖੇਰਦਾ। ਆ ਸਵੇਰੇ ਬਾਹਰ ਨਿਕਲੀਏ, ਧੁੱਪ ਨਿਕਲੀ ਹੋਵੇ, ਰੁੱਖਾਂ ਦੇ ਪੱਤਿਆਂ ਉੱਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ, ਪਰ ਕਦੀ ਪੱਤਿਆਂ ਨੂੰ ਦੇਖ ਕੇ ਸਾਡੀਆਂ ਅੱਖਾਂ ਚੋਂ ਆਈਆਂ ਨਹੀਂ। ਮਿੱਟੀ ਦੇ ਉੱਪਰ ਸੂਰਜ ਦੀ ਕਿਰਨ ਪੈਂਦੀ ਹੈ,
पर मिट्टी नूं देख के साडियां अखां कदी चुंधियांदियां नहीं उस प्रतिबिंब नाल। सड़क उत्ते सूरज की किरण पैंदी है, पर गुरमुखो कदी सूरज विचों सड़क तो सूरज का प्रतिबिंब सानू चुंधियांदा नहीं। पर पानी होवे टिकिया, होवे निर्मल, जदों उस उपर सूरज की किरण पैंदी है ते पानी विचों सूरज के जिहड़े झलकारे निकलदे आ अखां नूं चुंधिया जांदे आ। शीशा दर्पण साफ होवे, शीशे ते मैल ना होवे, जदों ओहदे विच सूरज की किरण पैगी गुरमुखो वो साडे अंदर नूं चुंधिया जांदी है। ये सिर्फ एक दुनियावी जी उदाहरण है, टुकनी पूरी नहीं। मेरी एक बेनती है कि टिके पानी ते सूरज की किरण पै, ओहदे विचों सूरज का प्रतिबिंब झलकारे मारदा है, शीशे विचों परछावां सूरज का झलकारा मारदा है। प्यारिओ ਜਿਹੜੇ शब्द ਨੂੰ कमा के नाम ਨੂੰ जप के नामी विच अभेद हो गए, ਜਦੋਂ ਉਹਨਾਂ ਉੱਤੇ ਰਹਿਮਤ ਦੀ किरण ਵਰਸਦੀ ਹੈ, सच वे वो अंदर बाणी रूप होके संसार भी झलकारे मारदा है। वो हिरदे का प्रकाश जो उस अनुभव विचों उतरिया। अगली बेनती जिहड़ी दास करनी चाहता है, गुरु ग्रंथ साहिब च शब्द की गल बड़ी की गई। सिर्फ मैं इन्नी कह के अज शुरुआत समाप्ति करनी है कि गुरु ग्रंथ साहिब लिए एक शब्द असी सारे वरतने कि शब्द गुरु श्री गुरु ग्रंथ साहिब जी, उंज आदि श्री गुरु ग्रंथ साहिब ही लिखिया है। उते सरलेख शब्द गुरु नहीं, सरलेख आदि श्री गुरु ग्रंथ साहिब है। शब्द की है? बेनती सुनियो, आप जी बाणी पढ़न वाले बैठे हो, देखो गुरु ग्रंथ साहिब शब्द बहु अर्थी आए। जे ग्रामर नूं पढ़ो, वो शब्द की परिभाषा अपनी देंदे, वो कहंदे शब्द अखरां दा जोड़ है। अखर बारे वो कहंदे साडे अंदरों ਜਿਹੜੀ ਖਵਾ ਨਿਕਲਦੀ ਹੈ, ਸਾਡੇ ਮੂੰਹ ਦੇ ਹਿੱਸਿਆਂ ਨੂੰ ਜਦੋਂ ਟਕਰਾਂਦੀ ਹੈ, ਉਹਦੇ ਵਿੱਚੋਂ ਜਿਹੜੀ ਸਾਊਂਡ ਨਿਕਲਦੀ ਏ, ਉਸ ਨੂੰ ਜਿਹੜੇ ਅੱਖਰ ਬਾਹਰ ਅਸੀਂ ਚਿੰਨ੍ਹ ਦਿੱਤੇ ਨੇ, ਉਹਨਾਂ ਨੂੰ ਆਪਾਂ ਕਹਿੰਦੇ ਆ ਕਿ ਅਸਲ 'ਚ ਇਹ ਅੱਖਰ ਜਦੋਂ ਜੁੜਦੇ ਨੇ ਤੇ ਸ਼ਬਦ ਬਣਦੇ ਨੇ। ਜਿਵੇਂ ਉਦਾਹਰਨ ਦੇ ਤੌਰ ਤੇ ਕਈ ਸ਼ਬਦ ਐਸੇ ਕਿ ਸਾਰੇ ਬੋਲ ਜਿਹੜੇ ਨੇ ਕੱਲੇ ਪੰਜਾਬੀ ਦੇ ਨਹੀਂ, ਕੋਈ ਵੀ ਭਾਸ਼ਾ ਆਪਣੀ ਜ਼ਬਾਨ ਤੋਂ ਬੋਲੋ, चाहे कोई स्पैनिश बोले, इटालियन बोले, फ्रेंच बोले, अरबी बोले, फारसी बोले, हर शब्द की बनतर तां बनेगी जिन्नी देर तक ओदे मुख विचों ओ टकरा के खवा नहीं निकलती, उन्नी देर तक शब्द का सही उच्चारण नहीं हो सकता। फिर बेनती है, वो शब्द अखरां का रूप धारण करके अंदरों आउंदे। फिर वख-वख भाषा विग्यानियां ने जां मुੱਢ बजे भाषावां वालियां ने अपनी अपनी लिपि तैयार की। भाषा होर चीज है, लिपि होर चीज है। टकसालां विच बैठे ने गुरमुख, सब तो पहला तां कई कई महीने मुहारनी ही सिखाई जाती सी। हुण आम बंदियां नूं मुहारनी दा पता नहीं। असीं चाहते हैं पंजाबी दी अखबार पढ़ ली, किताब पढ़ ली, सानूं गुरु ग्रंथ साहिब पढ़ना आ गया। नहीं, बिल्कुल झूठ जे प्यारिओ। पंजाबी पढ़ना एक चलण दा जरिया है, पर जिन्नी देर तक मुहारनी ते संथया वाले कोल बैठ के किसी गुरमुख कोलों बैठ के बोलन की जांच नहीं सीखते, उन्नी देर तक गुरु ग्रंथ साहिब का पाठ नहीं करना हुंदा। ये सच्चाई है। हुण उस वक्त जेड़े अखर मूँह चों निकलते हैं, चाहे अंग्रेजी है चाहे पंजाबी में शब्द वरत्या, कोई भी भाषा है, वो हर भाषा जिहड़ी है वो अंदरों जिहड़ी खवा निकलती है, वो साडे मुख नाल टकरांदी है। उस टकरां विचों जिहड़े अखर निकले, साउंड निकली, उन्हां नूं फिर आपां चिन्ह दे दिते। किसे ऊड़ा ऐड़ा ईड़ी जदों आपां पढ़ने ABC इक्का खाए गए, जां उर्दू है, फारसी है, ये सारे जिहड़े ने हुण उन्हां अखरां दे जोड़ नूं आपां शब्द कहने। हालांकि गुरमुखी पंजाबी लई सी गुरमुखी शब्द वरतने, पर फिर भी याद रखियो शब्द वो ही पूजन योग है जिहड़ा गुरु परमात्मा नाल जोड़दा है। पंजाबी विच तां लोक अखरां नूं जोड़ के गंदियां गालां भी बना दिंदे है तां अखरां दा जोड़ ही। अखर जुड़दे आ ते मंदे शब्द लोक लिखने शुरू कर देंदे, पर वो अखर शब्द सार्थक है जिस साउंड विच परमात्मा दा अपना नाम निवास करदा है। फिर बेनती सुनो, ये एक शब्द ओ ने अखरां दा जोड़, असी उन्हां नूं शब्द कहने। पर गुरु ग्रंथ साहिब नूं मनण वाले गुरसिखो, गुरु ग्रंथ साहिब तो पुछो शब्द की है। बेनती करा कि शब्द गुरु ग्रंथ साहिब च बहु अर्थां च आए, सिर्फ 4-5 प्रमाण असी लै लेने। एक शब्द है ब्रह्म,
ਜਿਹਨੂੰ ਬ੍ਰਹਮਵਾਚਕ ਆਪਾਂ ਸ਼ਬਦ ਕਹਿੰਦੇ, ਉਹੀ ਸ਼ਬਦ ਇੱਕ ਹੈ ਹੁਕਮ ਰੂਪ, ਉਹੀ ਸ਼ਬਦ ਹੈ ਜ਼ਬਾਨ ਦਾ ਬੋਲ, ਉਹੀ ਸ਼ਬਦ ਹੈ ਬੰਦੇ ਦੀ ਸ਼ਖਸੀਅਤ, ਉਹੀ ਸ਼ਬਦ ਹੈ ਗੁਰਬਾਣੀ। ਗੁਰਮੁਖੋ ਉਹੀ ਸ਼ਬਦ ਹੈ ਜਿਹਨੂੰ ਅਸੀਂ ਨਿਰੰਕਾਰ ਦੀ ਆਵਾਜ਼ ਕਹਿੰਦੇ। ਇੱਕ ਇੱਕ ਸਿਰ ਪ੍ਰਮਾਣ ਲਾਂਗੇ, ਕਿਉਂਕਿ ਅਸੀਂ ਬਾਣੀ ਉਚਾਰਨ ਤੋਂ ਲੈ ਕੇ ਸੰਪੂਰਨਤਾ ਦਿਵਸ ਤੇ ਹੋਰ ਥੋੜਾ ਜਿਹਾ ਅੱਗੇ ਤੁਰ ਜਾਈਏ ਇਹਨਾਂ ਦਿਨਾਂ ਵਿੱਚ ਹੀ, ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁਕੰਮਲ ਤੌਰ ਤੇ ਨਮਸਕਾਰ ਕਰਕੇ ਗੁਰੂਤਾ ਗੱਦੀ ਤੇ ਬਿਰਾਜਮਾਨ ਕਰਨ ਤੱਕ। ਹੁਣ ਆਪ ਸ਼ਬਦ ਪੜ੍ਹਦੇ ਹੋ, ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਆਉਂਦਾ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਓਪਤ ਹੋਵੇ। ਇਹ ਦੋ ਤੁਕਾਂ ਗੁਰੂ ਗ੍ਰੰਥ ਸਾਹਿਬ 'ਚ। ਹੁਣ ਇਹਦਾ ਅਰਥ ਅਸੀਂ ਗੁਰਬਾਣੀ ਨਹੀਂ ਕੱਢ ਸਕਾਂਗੇ। ਉਤਪਤ ਦਾ ਅਰਥ ਹੈ ਜਦੋਂ ਰਚਨਾ ਹੋਈ। ਇਹ ਸੰਸਾਰ ਦੀ ਜੋ ਕੋਈ ਤੁਸੀਂ ਦੇਖਦੇ ਹੋ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਦੀ ਰਚਨਾ ਸ਼ਬਦ ਤੋਂ ਹੋਈ ਹੈ। ਪਰਲੋ ਸ਼ਬਦ ਵਿੱਚੋਂ ਹੀ ਪਰਲੋ ਹੋਏਗੀ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦ ਵਿੱਚੋਂ ਉਤਪਤੀ ਹੈ, ਸ਼ਬਦ ਵਿੱਚੋਂ ਹੀ ਪਰਲੋਕ ਹੈ। ਅਸੀਂ ਪਰਲੋ ਲਫ਼ਜ਼ ਨੂੰ ਆਮ ਤੌਰ ਤੇ ਨਾਸ਼ਵਾਨਤਾ ਨਾਲ ਮੰਨਦੇ। ਜਦੋਂ ਕਈ ਵਾਰੀ ਕੋਈ ਨਾਸ਼ਵਾਨ ਸ਼ਬਦ ਆਉਂਦਾ, ਕਹਿੰਦੇ ਪਰਲੋ ਆ ਗਈ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਇਹ ਪਰਲੋ ਸ਼ਬਦ ਆਇਆ, ਇਹਦਾ ਅਰਥ ਨਾਸ਼ਵਾਨਤਾ ਨਹੀਂ। ਇਸ ਪਰਲੋ ਦਾ ਅਰਥ ਹੈ ਕਿ ਆਪਣੇ ਵਿੱਚ ਦੁਬਾਰਾ ਲਹਿ ਕਰ ਲੈਣਾ। ਉਤਪਤੀ ਵੀ ਸ਼ਬਦ ਵਿੱਚੋਂ ਹੈ ਤੇ ਪਰਲੋ ਵੀ ਸ਼ਬਦ ਵਿੱਚੋਂ ਹੈ। ਫਿਰ ਬੇਨਤੀ ਸੁਣਿਓ, ਮੰਨ ਲਓ ਆ ਜੋ ਕੁਝ ਮਟੀਰੀਅਲ ਵੱਲ ਦਿਸਦਾ, ਪਦਾਰਥ ਦਿਸਦਾ, ਇਹ ਕਿੱਥੋਂ ਪੈਦਾ ਹੋਇਆ ਹੈ? ਕੀ ਇਸ ਮਟੀਰੀਅਲ ਨੂੰ ਬਣਾਉਣ ਲਈ ਬਹੁਤ ਕੁਝ ਲੱਗਾ? ਸਾਇੰਸ ਨੇ ਆਪਣੇ ਢੰਗ ਨਾਲ ਪੇਸ਼ ਕੀਤਾ, ਪਰ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਰੂਹਾਨੀਅਤ ਦੇ ਪੱਖ ਤੋਂ ਇਸ ਚੀਜ਼ ਨੂੰ ਬਿਆਨ ਕੀਤਾ, ਮਹਾਰਾਜ ਜੀ ਨੇ ਕਿਹਾ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਆਪਣੇ ਆਪ ਵਿੱਚੋਂ ਨਾਮ ਨੂੰ ਸਿਰਜਿਆ, ਦੁਈ ਕੁਦਰਤ ਸਿਰਜੀ। ਇਹਨੂੰ ਜਪਜੀ ਸਾਹਿਬ ਚ ਮਹਾਰਾਜ ਜੀ ਨੇ ਕਿਹਾ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਸ਼ਬਦ ਦੇ ਲਈ ਹੁਕਮ ਹੀ ਵਰਤਿਆ, ਹੁਕਮੀ ਖੋਵਣ ਆਕਾਰ, ਹੁਕਮ ਨਾ ਕਹਿਆ ਜਾਏ। ਆ ਜੋ ਕੁਝ ਬਾਹਰ ਦ੍ਰਿਸ਼ਟਮਾਨ ਦੇਖਦੇ ਹੋ, ਇਹ ਹਰ ਚੀਜ਼ ਸ਼ਬਦ ਚੋਂ ਪੈਦਾ ਹੋਈ ਹੈ। ਇਹ ਕੱਲੇ ਸਿੱਖਾਂ ਲਈ ਨਹੀਂ। ਮੇਰੀ ਫਿਰ ਬੇਨਤੀ ਹੈ, ਸ਼ਬਦ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਸਿਰਜਕ ਹੈ। ਸ਼ਬਦ ਨੂੰ ਇੱਕ ਦਾਇਰੇ ਤੱਕ ਆਪਾਂ ਸੀਮਿਤ ਨਹੀਂ ਰੱਖ ਸਕਾਂਗੇ। ਸ਼ਬਦ ਬ੍ਰਹਮਵਾਚਕ, ਹਰ ਚੀਜ਼ ਸ਼ਬਦ ਵਿੱਚੋਂ ਪੈਦਾ ਹੋਈ ਤੇ ਸ਼ਬਦ ਵਿੱਚੋਂ ਹੀ ਦੁਬਾਰਾ ਲਹਿ ਹੋ ਜਾਣੀ ਹੈ। ਪਰਲੋ ਦਾ ਅਰਥ ਨਾਸ਼ ਨਹੀਂ। ਆਪ ਚੌਪਈ ਸਾਹਿਬ ਚ ਹਜ਼ੂਰ ਦਾ ਇੱਕ ਬਚਨ ਪੜ੍ਹਦੇ ਹੋ, ਕੋਈ ਚੀਜ਼ ਹੋਂਦ ਵਿੱਚ ਆਉਂਦੀ, ਮੰਨ ਲਓ ਗੁਰਬਾਣੀ ਨੇ, ਵੈਸੇ ਵਿਦਾਂਤ ਨੇ ਵੀ ਸ਼ਬਦ ਵਰਤਿਆ ਜੀ। ਗੁਰਬਾਣੀ ਚ ਅਸੀਂ ਦੇਖਦੇ ਹਾਂ ਸੋਨੇ ਦੇ ਗਹਿਣੇ ਬਣਦੇ ਆ, ਕਿਸੇ ਚੂੜੀ, ਕਿਸੇ ਕਾਂਟਾ, ਕੋਈ ਜੰਜੀਰ, ਕੋਈ ਵੱਖ-ਵੱਖ ਰੰਗਾਂ, ਵੱਖ-ਵੱਖ ਭਾਰ ਦੇ ਗਹਿਣੇ ਨੇ, ਪਰ ਉਹ ਇੱਕ ਸੋਨੇ ਦੀ ਡਲੀ ਧਾਤ ਚੋਂ ਨਿਕਲੇ ਨੇ। ਜਿੱਦਣ ਦੁਬਾਰਾ ਮੌਜ ਆਈ ਸੁਨਾਰ ਦੀ, ਉਹਨਾਂ ਸਾਰਿਆਂ ਦੇ ਆਕਾਰ ਨੂੰ ਢਾਲ ਕੇ ਦੁਬਾਰਾ ਫਿਰ ਸੋਨੇ ਦੀ ਡਲੀ ਬਣ ਜਾਏਗੀ। ਪਰ ਉਹਦਾ ਢਲਣ ਦਾ ਅਰਥ ਇਹ ਨਹੀਂ ਕਿ ਸੋਨਾ ਦਾ ਨਾਸ਼ ਵੱਜ ਗਿਆ। ਪਿਆਰਿਓ, ਸ਼ਬਦ ਵਿੱਚੋਂ ਪੈਦਾ ਹੋਏ ਆ। ਜਿਸ ਦਿਨ ਪਰਮਾਤਮਾ ਦੀ ਆਪਣੀ ਮੌਜ ਕਹੇ, ਇਸ ਸਾਰੇ ਢਾਂਚੇ ਨੂੰ ਸਮੇਟਣਾ ਚਾਹੇ, ਜੋ ਕੁਝ ਬਣਾਇਆ ਉਹਨੂੰ ਆਪਣੇ ਆਪ ਵਿੱਚ ਹੀ ਲੈ ਕਰ ਲਏਗਾ। ਜਿਵੇਂ ਸੋਨੇ ਦੇ ਗਹਿਣੇ ਸੋਨੇ ਵੀ ਸਮਾ ਜਾਂਦੇ ਆ, ਜਿਵੇਂ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਵੀ ਸਮਾ ਜਾਂਦੀਆਂ। ਕਿ ਸਮੁੰਦਰ ਵਿੱਚੋਂ ਉੱਠੀ ਲਹਿਰ ਜਦੋਂ ਸਮਾਂਦੀ ਹੈ ਉਹਦਾ ਨਾਸ਼ ਹੋ ਜਾਂਦਾ? ਨਹੀਂ, ਨਾਸ਼ ਨਹੀਂ ਹੁੰਦਾ, ਉਹਦੇ ਚ ਲੀਨ ਹੋ ਗਈ। ਇਹਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬੋਲਾਂ ਚ ਸੁਣੋ ਸ਼ਬਦ ਕੀ ਹੈ। ਜਬ ਉਦਕਰਖ ਕਰਾ ਕਰਤਾਰਾ, ਦੋ ਹੀ ਚੀਜ਼ਾਂ ਸੰਸਾਰ ਨੂੰ ਚਲਾ ਰਹੀਆਂ ਨੇ, ਸਮੇਟ ਰਹੀ ਹੈ। ਇੱਕ ਹੈ ਉਦਕਰਖ ਤੇ ਇੱਕ ਹੈ ਆਕਰਖ, ਇੱਕ ਹੈ ਸੰਜੋਗ, ਇੱਕ ਹੈ ਵਿਜੋਗ, ਇੱਕ ਹੈ ਪਦੈਸ਼, ਇੱਕ ਹੈ ਉਸ ਨੂੰ ਸਮੇਟਣਾ। ਜਦੋਂ ਪਰਮਾਤਮਾ ਦੀ ਆਪਣੀ ਮੌਜ ਹੈ ਉਦਕਰਖ, ਮੈਂ ਆਪਣਾ ਪਸਾਰਾ ਕਰਨਾ, ਫੈਲਾਓ ਕਰਨਾ, ਉਸ ਸ਼ਬਦ ਵਿੱਚੋਂ ਜਬ ਉਦਕਰਖ ਕਰਾ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ, ਜਬ ਆਕਰ ਕਰਤ ਹੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ। ਉਹਦੇ ਚੋਂ ਪੈਦਾ ਹੋਏ, ਫਿਰ ਉਹਦੇ ਚੋਂ ਸਮਾ ਗਏ। ਸੁਣਿਓ, ਪਹਿਲਾ ਸ਼ਬਦ ਹੈ ਬ੍ਰਹਮ, ਪਰਮਾਤਮਾ। ਉਸ ਵਿੱਚੋਂ ਹੀ ਉਤਪਤੀ ਹੈ, ਉਸ ਵਿੱਚੋਂ ਹੀ ਪਰਲੋ ਦਾ ਅਰਥ ਲਹਿ ਹੋਣਾ। ਦੋ ਸ਼ਬਦ ਦਾਸ ਨੇ ਵਰਤੇ ਸਨ, ਇੱਕ ਸਿਰਜਣਾ, ਇੱਕ ਵਿਸਿਰਜਣਾ ਤੇ ਇੱਕ ਪੁਨਰ ਸਿਰਜਣਾ। ਆਪਣੇ ਵਿੱਚੋਂ ਸਿਰਜਣਾ ਕੀਤਾ, ਆਪਣੇ ਵਿੱਚੋਂ ਉਹਨੂੰ ਲੈ ਕਰ ਲਿਆ, ਫਿਰ ਦੁਬਾਰਾ ਉਹਨੂੰ ਪੁਨਰ ਸਰਜੀਤ ਕਰ ਦਿੱਤਾ।
उत्पत परलो शब्दे होवे, शब्दे ही फिर ओपत होवे। उत्पत्ति भी, लय भी, फिर दोबारा उत्पत्ति ਜਿਹੜੀ शब्द ਵਿੱਚੋਂ है। गुरमुखो थोड़ी जी टिका के बेनती मेरी सुनियो। एक ਤਾਂ शब्द ਦੇ अर्थ ਇਹ ਨੇ, ਦੂਜਾ शब्द ਦਾ अर्थ ਹੈ हुक्म। गुरु ग्रंथ ਸਾਹਿਬ ਚ ਇੱਕ ਬਚਨ ਆਉਂਦਾ, ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਉਹ ਬ੍ਰਹਮ ਹੁਕਮ ਰੂਪ ਉਹਦਾ ਸ਼ਬਦ ਸਾਰੀਆਂ ਥਾਵਾਂ ਤੇ ਵਰਤਦਾ, ਜੋ ਕੁਝ ਉਹ ਕਰਨਾ ਚਾਹੇਗਾ ਉਹ ਹੋਵੇਗਾ। ਸ਼ਬਦ ਬ੍ਰਹਮ ਲਈ, ਸ਼ਬਦ ਗੁਰਮੁਖੋ ਹੁਕਮ ਲਈ। ਤੀਸਰੀ ਬੇਨਤੀ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਧਰਮ ਵਾਸਤੇ ਵੀ ਵਰਤਿਆ ਹੈ। ਸ਼ਬਦ ਧਰਮ ਦੇ ਅਰਥਾਂ ਚ ਆਇਆ। ਹੁਣ ਸਵੇਰੇ ਆਸਾ ਕੀ ਵਾਰ ਵਿੱਚ ਹਜ਼ੂਰ ਦਾ ਇੱਕ ਸ਼ਲੋਕ ਹੈ, ਜੋਗ ਸ਼ਬਦੰ ज्ञान शब्दं वेद शब्दं ब्राह्मण खत्री शब्दं सूर शब्दं शूद्र शब्दं प्राकृत है सर्व शब्दं एक शब्दं जेको जानै प्यो नानक ताका दास है सोई निरंजन दे। उत्थे शब्द का अर्थ हुक्म नहीं, उत्थे शब्द का अर्थ परमात्मा नहीं, उत्थे शब्द का आखिरी अर्थ है धर्म। मैं अर्ज करा किस किस रूप में शब्द आया। शब्द जोगी ने अपना धर्म बनाया है ज्ञान की प्राप्ति, ब्राह्मण का धर्म है वेदां का पठन पाठन, खत्री का धर्म है सूरम गति प्राप्त करनी, वैश्य का धर्म है किरत करनी, शूद्र का धर्म है कि बाकी सारियां की सेवा करनी। पर गुरु साहब कहने सर्व शब्दंग एक शब्दंग प्यारिओ सारियां का इको धर्म है। वह धर्म नाम इत्थे शब्द के लफ्जी अर्थ आपां करांगे धर्म, परमात्मा, हुक्म ते धर्म। चौथा गुरु ग्रंथ साहिब की बाणी च शब्द का अर्थ गुरबाणी है। प्यारिओ जदों असीं पढ़ने सिखो शब्द प्यारिओ जन्म मरण की टेक मुख उजल सदा सुखी नानक सिमरत एक। उते शब्द का अर्थ है गुरबाणी। उस तो अगे गुरु ग्रंथ साहिब की बाणी च शब्द का अर्थ है बोल, जबान तो निकले कोई बोल। आनंद साहिब विच असीं पढ़ने खां हजूर ने क्या कर कृपा किल भी कटे ज्ञान अंजन सारिया अंदरों जिनका मोह टुटा तिनका शब्द। इत्थे तिनका दा अर्थ है उन्हां गुरमुखां दे बोल परमात्मा ने सवार दिते, तिनका शब्द सच्चा सवारिया। शब्द का अर्थ शख्सियत है, परसनैलिटी है। शब्द का अर्थ जीवन भी है। जपजी साहिब च असीं अखीर च पढ़ने कि जत पहारा तीर सुनियार ऐरन मत वेद हथियार पाओ खला अगन तपताओ भांडा पाओ अमृत ढाल घड़िया शब्द सच्ची टकसाल। गुरमुखो ते शब्द का अर्थ जीवन भी किया गया, शख्सियत भी किया गया। शब्द का अर्थ जीवन, घड़िया शब्द सच्ची टकसाल जिनको नदर करम तिनकार नानक नदरी नदर निकाल। शब्द का अर्थ अनहद धुनी भी आया। असी सोहला साहिब च पाठ करने कि गगन में थाल रव चंद दीपक बने तारका मंडल जनक मोती धूप मल आन लो पवन चवरो करे सगल बन राय फूल अंत ज्योति कैसी आरती होए पव खंडना तेरी आरती अनहता शब्द वाह जंत पेरी। ओते शब्द का अर्थ अनाधुनिक। गुरमुखो जो सब्जैक्ट दिता गया उस अनुसार मैं बेनतियां आरंभ कीतियां। गुरु ग्रंथ साहिब की पवित्र बाणी च असीं कहने हजारां शब्द ने, पर आप पाठ करने वाले विद्यार्थी प्रचारक वीर बैठे हो, जिन्नी कुछ समझ दास नूं पई पूरे गुरु ग्रंथ साहिब च सिर्फ 3 वारी खैडिंग शब्द आया, किते शब्द खैडिंग ज्यादा नहीं आया। सरलेख आप जप जी साहिब पढ़ते हो, 100 दर पढ़ देखो, सिर्फ 3 वारी पूरे गुरु ग्रंथ साहिब दे अंदर शब्द सरलेख आया है। ते 3 वारी गुरु ग्रंथ साहिब दे अंदर मारू राग विच ही शब्द सरलेख आया। राग दा सरलेख है श्री राग महला पहला कर पहला, गौड़ी महला पंजवा, मांझ महला पंजवा। पर गुरमुखो पूरे गुरु ग्रंथ साहिब च 3 वारी सिर्फ शब्द सरलेख आया है। पहली वारी शब्द सरलेख हुंदा है, श्लोक शुरू हुंदा है कि साजन तेरे चरण की होए रहा सद तूर। यह श्लोक जदों समाप्त हुंदा है ते पहली वार उत्ते सरलेख आया शब्द ससा बब्बा ते दद्दा 2 दंडियां ने बंद है। उत्थे शब्द नूं जदों दास पढ़दा है ते मेरे मन च एक दिन आया शब्द तां परमात्मा दा सद्दा है इस जीव आत्मा दे लई। उत्थे शब्द दा सरलेख है ते पहली वारी ये बचन आया है कि पिछों राती सदड़ा नाम खसम काले खेमे छत्र सरैचे
दिसन रथ पीड़े जिन्नी तेरा नाम ते आया तिनको सद मिले। सिर्फ ये थोड़े जे अर्थ मैं कर देना, समाप्ति मैं पूरे 2-4 मिनट च मैं कर देंगा। प्लीज काले ना पियो, मैनू पता काफी देर दे तुसी बैठे। कई बारी अमृत वेले की गल चलती कि अमृत वेला कोई नहीं खुंदा, नहीं प्यारिओ, सच एवे बंदगी वाले दा सारा वेला ही अमृत हो जाता है, कोई शक नहीं। पर सानू चलन वेले पिछल पैर की बड़ी वड्डी महानता है। डॉक्टर भाई वीर सिंह का जिक्र भाई महल सिंह करके गए, कदी उन्हां दा एक एक लफ्ज ध्यान नाल पढ़ियो। उन्हां दा बहुत विरोध किया जाता है, उस विरोध का एक कारण है क्योंकि वह बाणी सारी नूं स्वीकारदे ने। फिर इन्नी गंदी सोच चलती है कि जेड़ा बंदा बाणी नूं नतमस्तक हुंदा पिया, इस बंदे दे चोले उत्ते चिक्कड़ दे सट्टे किवें सट्टे जाण, होर कोई रस्ता नहीं। श्रीमान भाई वीर सिंह होनी उन्हां दा टीका पढ़ के देखो। दास बेनती करे उस टीके नूं पढ़न तो बाद सच एवे कोई खिरदा ऐसा नहीं होवेगा जिहड़ा धन गुरु ग्रंथ साहिब दे शब्द दा अभ्यासी ना होवेगा। उन्हां दी टीकाकारी विच ਉਹ जिथे पहला पद अर्थ करते हैं, ਉਹ ਉੱਥੇ ਨਿਰੁਕਤ ਲਿਖਦੇ ਆ, ਅੱਖਰੀ अर्थ करते हैं, ਤੇ ਬਾਅਦ ਵਿੱਚ ਉਹ ਸ਼ਬਦ ਦੇ ਬਾਅਦ ਚ ਲਿਖਦੇ ਨੇ ਸਾਧਨਾ, ਕਿ ਜਿਹੜਾ ਸ਼ਬਦ ਤੁਸੀਂ ਅਰਥ ਕਰ ਰਹੇ ਹੋ, ਕਥਾ ਕਰ ਰਹੇ ਹੋ, ਇਹ ਕੇਵਲ ਗੱਲਾਂ ਨਹੀਂ, ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਕਿਵੇਂ ਢਾਲਣਾ ਹੈ, ਕਿਵੇਂ ਇਹਨੂੰ ਆਪਣੀ ਜ਼ਿੰਦਗੀ ਚ ਕਮਾਣਾ ਹੈ। श्रीमान भाई वीर सिंह दे छोटे भराता होए ने डॉक्टर बलबीर सिंह, वो इथों लंडन तो PhD करके गए सन। उन्हां दियां कुछ किताबां ने। दास इस करके खौमे च नहीं कह रहा, क्योंकि अज असी पढ़ना भी बंद कर दिता। फेसबुक व्हाट्सएप उही तां आखिरी पढ़ाई अज लोकां दी, जो किसे कह दिता बस उसे पासे तुर पे। गुरमुख उन्हां दी किताब है लम्मी नदर, एक किताब है कलम दी करामात, एक किताब है शुद्ध स्वरूप। शब्द सुरत बारे असीं सारे कहने आ, गुरमुखो एक छोटा जिहा किताब जा सुरत दे शब्द दे विचार दे संबंध विच। सुरत की चीज है, उन्होंने लम्मी नदर विच एक बचन लिखे है, ये जन्म साखी दा बोल। कहंदे ने हजूर दे कोल कलयुग आया, लाइव चल रहा, बड़िया सुनना कि देखो जी ये मनमत की गल शुरू हो गई। सच्ची मुच्ची बंदे दे अंदर बहुत कुछ वापरदा है, कलयुग भी वापरदा है, सतयुग भी वापरदा है। एवें कही जाना नहीं जी झूठ, यही बॉडी कदी दैंत बन जाती है, जदों शब्द की कृपा हो जाए तो यही संत बन जाती है। एनर्जी ओही जे 5 वकार इहदे ते भारू पै जान, इहदे वर्गा राक्षस कोई नहीं। जे 5 दैवी गहणे दे विचों प्रफुल्लित हो जान ते चेते रखे उहदे वर्गा देवता कोई नहीं। एनर्जी ओही है। उन्होंने एक शब्द लिखिया, कहंदा कलयुग नेड़े आया ते साखीकार अपनी गल नूं कहण दे लई पात्र सिरजदा है, ते च कोई शक नहीं। कहंदे ज्यों ज्यों नेड़े आया, पहलां ओहदी डरावनी शक्ल सी, हनेरी आई, अग सट्टी, लम्मे लम्मे दंद। ज्यों ज्यों बाबे दे नेड़े आया, सच एवे त्यों त्यों ओहदा आकार छोटा हो गया, वो मानव रूप हो के गुरुदेव दे चरनां च बैठ गया। सच्ची मुच्ची कलयुग इस नहीं करता है कि अखां लाल कढ के क्रोध विच बंदा तड़फदा नहीं, हर फुरना इहने अंदर असर करदा है। पर जदों बाणी दे नेड़े आउंदा है, सच्ची मुच्ची इहदे अंदर नूं ठंड पैण लग पैंदी। वो कोल आया, पर जिहड़ी गल मैं बेनती करनी चाहना, वो हजूर दे चरनां च बैठा, उत्ते उन्हें जुल्ला लिया। किताब दा मैं जिक्र तां कीता, वो चो पढ़ सकने। जुल्ला शब्द आपां समझने आ रजाई। ਉਹਦੇ ਵਿੱਚ ਦੇਖਿਆ ਥਾਂ ਥਾਂ ਤੇ ਮੋਰੀਆਂ ਸਨ। ਹਜ਼ੂਰ ਨੇ ਪੁੱਛਿਆ ਇਹ ਕੀ ਲਿਆ ਤੂੰ? ਕਹਿੰਦਾ ਮਹਾਰਾਜ ਇਹ ਆਲਸ ਦੀ ਰਜ਼ਾਈ ਹੈ, ਜੁੱਲਾ ਹੈ ਆਲਸ ਦਾ। ਕਹਿੰਦਾ ਜਦੋਂ ਲੋਕ ਸਵੇਰੇ ਉੱਠਣ ਦਾ ਯਤਨ ਕਰਦੇ ਆ, ਕਲਯੁਗ ਕਹਿੰਦਾ ਮੈਂ ਉਹਨਾਂ ਦੇ ਉੱਪਰ ਰਜਾਈ ਪਾ ਦੇਣਾ। ਸੱਚੀ ਮੁੱਚੀ ਵਾਪਰਦਾ ਜੇ ਸਵੇਰੇ, ਸਤਯੁਗ ਵੀ ਵਾਪਰਦਾ, ਘਰ ਵਿੱਚ ਕਲਯੁਗ ਵੀ ਵਾਪਰਦਾ। ਜਦੋਂ 10 ਵਜੇ ਤੱਕ ਸੁੱਤੇ ਕੋਈ ਨਹੀਂ ਉੱਠਦੇ, ਉਦੋਂ ਕਲਯੁਗ ਵਾਪਰਦਾ ਹੁੰਦਾ ਹੈ, ਤੇ ਜਦੋਂ ਰਜਾਈ ਪਰਾਂ ਸੱਟ ਕੇ ਅੰਮ੍ਰਿਤ ਵੇਲੇ ਗੁਰੂ ਗੁਰੂ ਜਪਦਾ, ਉਦੋਂ ਸਤਯੁਗ ਵਾਪਰਦਾ ਹੁੰਦਾ ਹੈ। ਉਹਨੇ ਕਿਹਾ ਮਹਾਰਾਜ ਮੈਂ ਕਲਯੁਗ, ਇਹ ਆਲਸ ਦੀ ਰਜਾਈ ਸਭ ਤੇ ਸੜ ਦੇਣਾ।
ਤੇ ਸਤਿਗੁਰੂ ਕਹਿੰਦੇ ਨੇ ਪਾਟੀ ਕਿਉਂ ਹੈ, ਇਹਦੇ ਚ ਮੋਰੀਆਂ ਕਿਉਂ? ਉਹ ਕਹਿੰਦਾ ਮਹਾਰਾਜ ਇਹ ਤੇਰੀ ਕਿਰਪਾ ਹੋ ਗਈ, ਤੁਹਾਡੀ ਕਿਰਪਾ ਹੋ ਗਈ। ਮਹਾਰਾਜ ਕਹਿੰਦੇ ਸਾਡੀ ਕਿਰਪਾ? ਕਹਿੰਦਾ ਮੈਂ ਸਾਰੀ ਮਾਨਵਤਾ ਨੂੰ, ਕੀ ਬੰਦਾ ਦੁਖੀ ਕਲਪਦਾ ਹੋਇਆ, ਸੱਚ ਐਵੇਂ ਘਰ ਲਾਸ਼ ਪਈ ਹੋਵੇ, ਕਈ ਵਾਰੀ ਲੋਕ ਕਲਪਦੇ ਸਵੇਰੇ ਉਹਨਾਂ ਦੀ ਵੀ ਅੱਖ ਲੱਗ ਜਾਂਦੀ ਹੈ। ਉਹ ਕਹਿੰਦਾ ਸਾਰਿਆਂ ਨੂੰ ਸਵਾ ਦੇਣਾ। ਇਹ ਮੋਰੀਆਂ ਤਾਂ ਵਿੱਚੋਂ ਹੋਈਆਂ ਨੇ ਜਿੱਥੇ ਜਿੱਥੇ ਤੇਰੀ ਬਾਬਾ ਜੀ ਰਬਾਹ ਵੱਜੀ, ਸਤਿਗੁਰੂ ਜਿੱਥੇ ਸ਼ਬਦ ਦਾ ਬੀਜ ਦਿੱਤਾ, ਉੱਥੇ ਅੰਮ੍ਰਿਤ ਵੇਲੇ ਰਜਾਈ ਨੂੰ ਵੀ ਪਾੜ ਕੇ ਤੇਰੇ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਇਬਾਦਤ ਪੈ ਕਰਦੇ ਨੇ। ਇਹ ਉਹਨਾਂ ਨੇ ਪਾੜੀ ਹੋਈ ਹੈ। ਮੈਂ ਬੇਨਤੀ ਕਰਾਂਗਾ, ਸ਼ਬਦ ਇੱਕ ਸੱਦਾ ਹੈ। ਸਭ ਤੋਂ ਪਹਿਲਾਂ ਸਰਲੇਖ ਗੁਰਦੇਵ ਨੇ ਸ਼ਬਦ ਲਿਖਿਆ ਕਿ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾਲੇ। ਅੰਮ੍ਰਿਤ ਵੇਲੇ ਸੱਦੇ ਪੈਂਦੇ ਨੇ ਉਹਨਾਂ ਗੁਰਸਿੱਖਾਂ ਨੂੰ। ਤੇ ਸੱਚ ਐਵੇਂ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਦਾ ਹੈ, ਸਭ ਤੋਂ ਪਹਿਲਾਂ ਸ਼ੁਕਰ ਕਰੇ ਗੁਰੂ ਨਾਨਕ ਦੇ ਸੱਦੇ ਤੋਂ ਬਿਨਾ ਬੰਦਾ ਸਵੇਰੇ ਉੱਠ ਸਕਦਾ ਹੀ ਨਹੀਂ। ਪਰਮਾਤਮਾ ਦੇ ਸੱਦੇ ਤੋਂ ਬਿਨਾ ਕੋਈ ਗਾ ਸਕੇਗਾ? ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਪਿੰਡਾਂ ਥਾਵਾਂ ਤੇ ਇੱਕ ਪੇਂਡੂ ਜੀ ਰਸਮ ਹੈ ਜੀ, ਵਿਆਹ ਹੁੰਦਾ ਸੀ ਨਾ, ਤੇ ਉਸ ਤੋਂ ਪਹਿਲਾਂ ਗਾਉਣ ਬੈਠਦਾ ਸੀ ਜੀ ਪਿੰਡਾਂ 'ਚ। ਸਾਡੇ ਹਰਿਆਣੇ 'ਚ ਜੀ ਉਹ ਸੱਦੇ ਦੇ ਕੇ ਜਾਂਦੇ ਨੇ, ਸਾਡੇ ਘਰ ਗਾਉਣ ਬੈਠਣ। ਮੈਂ ਕਿਹਾ ਇਹ ਸੱਭਿਆਚਾਰਕ ਹੈ, ਇਹਨੂੰ ਗੁਰਮਤ ਦੇ ਸ਼ਬਦ 'ਚ ਨਾ ਕਿਤੇ ਅਰਥ ਕਰਨ ਲੱਗ ਪਿਓ ਵੀ ਭਾਈ ਸਾਹਿਬ ਨੇ ਕਹਿ ਦਿੱਤਾ। ਹੁਣ ਗੁਰਬਾਣੀ ਵੀ ਤਾਂ ਘੋੜੀਆਂ ਵੀ ਨੇ, ਹੁਣ ਘੋੜੀਆਂ ਲਫ਼ਜ਼ ਦੇ ਅਰਥ ਮੈਂ ਆਉਣ ਵਾਲੇ ਦਿਨਾਂ 'ਚ ਕਹਾਂਗਾ, ਅਰਜ਼ ਕਰਾਂਗਾ ਕਿਸ ਕਿਸ ਸਰਲੇਖ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ। ਉਹ ਸੱਦੇ ਦੇਣੇ ਨੈਣ ਨੇ ਵੀ ਅੱਜ ਫਲਾਣੇ ਦੇ ਘਰ ਵਿਆਹ ਤੋਂ ਪਹਿਲਾਂ ਗਾਉਣ ਬੈਠਣਾ ਆਇਓ। ਪਿੰਡਾਂ ਦੀ ਰੀਤ ਸੀ, ਬੀਬੀਆਂ ਨੇ ਰਾਤ ਨੂੰ ਘਰ ਦਾ ਕੰਮਕਾਰ ਸਮੇਟ ਕੇ ਹੱਥ ਵਿੱਚ ਵੇਲ ਪਾ ਲੈਣੀ, ਥਾਲੀ 'ਚ ਦਾਣੇ ਪਾ ਗੁੜ ਪਾ ਕੇ ਤੁਰ ਪੈਣਾ, ਅੱਧੀ ਰਾਤ ਤੱਕ ਗਾਉਂਦੀਆਂ ਰਹਿਣਾ। ਤੇ ਜੇ ਉਸੇ ਘਰ 'ਚ ਜਿੱਥੇ ਵਿਆਹ ਹੈ ਉਹਦੀ ਗਵਾਂਢਣ ਜਿਹਦੀ ਦੀਵਾਰ ਸਾਂਝੀ ਏ ਉਹ ਆਈ ਨਹੀਂ ਗਾਉਣ, ਜੇ ਬੀਬੀਆਂ ਪੁੱਛ ਲੈਣ ਭੈਣੇ ਸਵੇਰੇ ਤੂੰ ਨਹੀਂ ਗਾਉਣ ਆਈ, ਉਹ ਕਹਿੰਦੀ ਸੀ ਮੇਰੇ ਘਰ ਕਿਹੜਾ ਸੱਦਾ ਕੱਲਿਆ ਹੈ। ਚੇਤੇ ਰੱਖਿਓ ਦੀਵਾਰ ਸਾਂਝੀ ਹੋਵੇ, ਸੱਦਾ ਨਾ ਜਾਏ ਤੇ ਗਵਾਂਢੀ ਵੀ ਉੱਠ ਕੇ ਗਾਉਣ ਨਹੀਂ ਆਉਂਦੇ। ਕਈ ਵਾਰੀ ਗੁਰਦੁਆਰੇ ਦੇ ਨੇੜੇ ਵੀ ਘਰ ਕਿਉਂ ਨਾ ਛੱਡੋ, ਨੇੜੇ ਕੀ ਗੁਰਦੁਆਰੇ ਰਹਿਣ ਵਾਲੇ ਵੀ ਉਹੀ ਅੰਮ੍ਰਿਤ ਵੇਲੇ ਜਾਗਦੇ ਨੇ ਜਿਨ੍ਹਾਂ ਦੇ ਘਰ 'ਚ ਸੱਦੇ ਪੈਂਦੇ ਨੇ। ਜਿਨ੍ਹਾਂ ਦੇ ਘਰ ਸੱਦਾ ਨਹੀਂ ਉਹ ਗੁਰਦੁਆਰੇ ਰੈਠਾ ਹੋਇਆ ਵੀ ਕੁਰਾੜੇ ਮਾਰੀ ਜਾਂਦਾ ਹੈ। ਅੰਮ੍ਰਿਤ ਵੇਲਾ ਤਾਂ ਸੱਦਾ ਹੈ, ਸ਼ਬਦ ਉਹਦਾ ਸੱਦਾ ਹੈ ਜੀ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੈ, ਪਿੱਛੇ ਰਾਤ ਖਸਮ ਦਾ ਨਾਮ ਲੈਂਦੇ ਨੇ। ਜਿਹੜਾ ਨਾਮ ਜਪਦਾ ਫਿਰ ਉਹਨੂੰ ਫਲ ਕੀ ਮਿਲਦਾ ਅੰਮ੍ਰਿਤ ਵੇਲੇ ਦਾ? ਖੇਮੇ ਛਤਰ ਸਰਾਇਚੇ ਦਿਸਣ ਰਥ ਪੀੜੇ, ਹਰ ਦੁਨੀਆ ਦਾ ਸੁੱਖ ਗੁਰਦੇਵ ਉਹਦੀ ਝੋਲੀ 'ਚ ਪਾ ਦਿੰਦੇ ਆ। ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ, ਇੱਥੇ ਸੱਦ ਦੇ ਦੱਦੇ ਨੂੰ ਸਿਹਾਰੀਏ ਸੱਦ ਕੇ, ਜਿੰਨਾ ਤੇਰਾ ਨਾਮ ਜਪਿਆ ਵਾਹਿਗੁਰੂ ਇਹ ਦਾਤਾਂ ਉਹਨਾਂ ਦੀ ਝੋਲੀ ਵੀ ਤੁਸੀਂ ਸੱਦ ਕੇ ਪਾ ਦਿੰਦੇ ਹੋ। ਪਿਆਰਿਓ ਸ਼ਬਦ ਤਾਂ ਇੱਕ ਸੱਦੜਾ ਹੈ। ਬੇਨਤੀ ਹੈ ਦੂਜੀ ਵਾਰੀ ਗੁਰੂ ਗ੍ਰੰਥ ਇਹ 1430 ਅੰਗ ਜਿਹੜਾ ਨਾ ਜੀ, ਦੇਖੋ ਸੰਪੂਰਨਤਾ ਦਿਵਸ ਆਪ ਜੀ ਮਨਾ ਰਹੇ ਹੋ, ਇਹ ਗੁਰਦੇਵ ਨੇ ਅੰਗ ਨਹੀਂ ਮੁਕਰਰ ਕੀਤੇ। ਤੁਸੀਂ ਅੱਜ ਵੀ ਖਸਤ ਲਿਖਤ ਬੀੜਾਂ ਦੇ ਦਰਸ਼ਨ ਕਰੋਗੇ ਨਾ, ਅੰਗ ਇੱਕੋ ਜਿਹਾ ਨਹੀਂ, ਅੰਗ ਵੱਧ ਵੀ ਨੇ ਘੱਟ ਨੇ, ਬਾਣੀ ਇੱਕੋ ਜਿਹੀ ਹੈ। ਕਿਉਂਕਿ ਉਹ ਕਾਗਜ਼ ਜੇ ਲਿਖਾਰੀ ਮੋਟੀ ਕਲਮ ਨਾਲ ਮੋਟੇ ਅੱਖਰਾਂ ਲਿਖ ਰਿਹਾ ਤੇ ਕਾਗਜ਼ ਜ਼ਿਆਦਾ ਲੱਗੇਗਾ, ਜੇ ਕਲਮ ਬਰੀਕ ਨਾਲ ਲਿਖ ਰਿਹਾ ਤੇ ਕਾਗਜ਼ ਘੱਟ ਲੱਗੇਗਾ। ਦਰਬਾਰ ਸਾਹਿਬ ਜਦੋਂ ਪ੍ਰਕਾਸ਼ ਹੁੰਦਾ ਉਹੀ ਸ਼ਬਦ ਤੁਸੀਂ ਗੁਰੂ ਗ੍ਰੰਥ ਸਾਹਿਬ ਚ 1430 ਅੰਗ ਵਾਲਾ ਪੜੋ ਸਰੂਪ, ਉੱਥੇ ਥਾਂ ਕਿਸੇ ਹੋਰ ਤੇ ਹੋਵੇਗਾ, ਦਰਬਾਰ ਸਾਹਿਬ ਹੋਰ ਥਾਂ ਤੇ ਆਏਗਾ, ਕਿਉਂਕਿ ਉਹ ਹਸਤ ਲਿਖਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਦੂਜੀ ਵਾਰੀ ਇਹ ਪਹਿਲੀ ਵਾਰੀ 999 ਅੰਗ ਤੇ ਜੀ, ਫਿਰ 990 ਤੇ ਤੀਜੀ ਵਾਰੀ ਗੁਰੂ ਗ੍ਰੰਥ ਸਾਹਿਬ ਦੇ 1105 ਅੰਗ ਤੇ ਆਇਆ ਸਿਰਫ ਸ਼ਬਦ ਸਰਲੇਖ। ਮਰਜ਼ ਕੀਤੀ ਪਹਿਲਾ ਹੈ ਪਿੱਛੋਂ ਰਾਤੀ ਸੱਦੜਾ, ਦੂਜਾ ਸਰਲੇਖ ਹੁੰਦਾ ਸ਼ਬਦ ਸਖੀ ਸਖੇਲੀ ਗਰਭ ਗਹੇਲੀ ਸੁਣ ਸ਼ੈ ਕੀ ਇੱਕ ਬਾਤ ਸੁਖੇਲੀ, ਇਹ ਦੂਜੀ ਵਾਰੀ ਆਇਆ। ਤੀਸਰੀ ਵਾਰੀ ਸ਼ਬਦ ਆਉਂਦਾ ਹੈ ਕਬੀਰ ਸਾਹਿਬ ਜੀ ਦਾ, ਉਹਦਾ ਸਰਲੇਖ ਹੈ ਮਾਰੂ ਕਬੀਰ ਕਾ ਸ਼ਬਦ ਬਾਣੀ ਭਗਤ ਨਾਮਦੇਵ ਜੀ ਕੀ, ਉੱਥੇ ਤੀਜੀ ਵਾਰੀ ਹਜ਼ੂਰ ਨੇ ਦਰਜ ਕੀਤਾ ਹੈ ਸ਼ਬਦ। ਪਹਿਲੀ ਬੇਨਤੀ ਦਾਸ ਨੇ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਬਦ ਜਿਹੜਾ ਹੈ ਇਹ ਕਿਸ ਕਿਸ ਪਰਪੇਖ ਚ ਆਇਆ, ਇਹਦੇ ਅਰਥ ਕੀ ਕੀ ਨੇ। ਉਹ ਸ਼ਬਦ ਜਿਹੜਾ ਅਦ੍ਰਿਸ਼ਟ ਹੈ, ਵੈਗੁਰੂ ਇਹਨੂੰ ਥੋੜੀ ਜਿਹੀ ਬੇਨਤੀ ਧਿਆਨ ਨਾਲ ਸੁਣਿਓ, ਉਹ ਗਿਆਨ
ਜਿਹੜਾ ਅਨੁਭਵ ਹੈ, ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ। ਉਸ ਅਨੁਭਵੀ ਗਿਆਨ ਨੂੰ ਸਾਡੀ ਬੋਲੀ ਵਿੱਚ, ਸਾਡੀ ਜ਼ਬਾਨ ਵਿੱਚ ਉਹਨੂੰ ਉਚਾਰਨ ਕਰ ਦਿੱਤਾ। ਉਹਨਾਂ ਨੇ ਧੁਰ ਤੋਂ ਬਾਣੀ ਆਪਣੀ ਰਸਨਾ ਤੋਂ ਬਾਹਰ ਪ੍ਰਗਟ ਕੀਤੀ ਤੇ ਸਾਰੀ ਮਾਨਵਤਾ ਨੂੰ ਕਿਹਾ ਤੁਸੀਂ ਕੰਮ ਉਲਟਾ ਕਰਿਓ। ਬਸ ਇੱਥੇ ਮੈਂ ਸਮਾਪਤੀ ਕਰਾਂਗਾ। ਉਹਨਾਂ ਨੇ ਅੰਦਰ ਤੋਂ ਬਾਣੀ ਬਾਹਰ ਪ੍ਰਗਟ ਕੀਤੀ। ਉਂਝ ਵੈਸੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਆਪ ਅੰਗਰੇਜ਼ੀ ਸਾਰੀ ਪੜ੍ਹਦੇ ਹੋ ਇੱਥੇ, ਧਰਮ ਇੰਜੈਕਸ਼ਨ ਨਹੀਂ, ਧਰਮ ਐਜੂਕੇਸ਼ਨ ਹੈ। ਐਜੂਕੇਸ਼ਨ ਦਾ ਅਰਥ ਆਪਾਂ ਸਿੱਖਿਆ ਕਰਨੇ, ਤੇ ਇਸ ਧੁਰ ਕੀ ਬਾਣੀ ਨੂੰ ਵਿਚਾਰ ਦੇ ਅਰਥ ਕਰਦੇ ਕਰਦੇ ਇਹਨੂੰ ਅਕੈਡਮਿਕ ਪੱਧਰ ਤੇ ਖਿਮਾ ਕਰਿਓ, ਮਤ ਲਿਆਓ। ਮੈਨੂੰ ਅਨਪੜ੍ਹ ਭਾਵੇਂ ਕਹੋ, ਸੱਚ ਇਹਵੇ ਸ਼ੁਕਰ ਕਰੋ ਕਿ ਅੱਖਰ ਸਾਡੇ ਨੇ, ਪਰ ਗਿਆਨ ਇਹਦੇ ਵਿੱਚ ਉਹ ਸਮੋਇਆ ਜਿਹੜਾ ਅਕੈਡਮਿਕ ਗਿਆਨ ਵਾਲੇ ਨੂੰ ਹੀ ਸਮਝ ਨਹੀਂ ਪੈ ਸਕਦਾ। ਇਹ ਬੁੱਧੀ ਦਾ ਵਿਸ਼ਾ ਨਹੀਂ, ਇਹ ਕੇਵਲ ਅਕਲ ਦੀਆਂ ਘੁੰਤਰਾਂ ਵਿੱਚੋਂ ਨਿਕਲਿਆ ਹੋਇਆ ਗਿਆਨ ਨਹੀਂ। ਧਰਮ ਐਜੂਕੇਸ਼ਨ, ਧਰਮ ਇੰਜੈਕਸ਼ਨ ਨਹੀਂ। ਇੰਜੈਕਸ਼ਨ ਆਪਾਂ ਬਾਹਰੋਂ ਦਿੰਦੇ ਆ, ਐਜੂਕੇਸ਼ਨ ਲਫ਼ਜ਼ ਦਾ ਅਰਥ ਬਾਹਰ ਦਾ ਨਹੀਂ। ਅਸਲ ਚ ਕਿਹਾ ਜਾਂਦਾ ਹੈ ਐਜੂਕੇਸ਼ਨ ਦਾ ਮਤਲਬ ਹੀ ਇਹ ਵੇ ਕਿ ਅੰਦਰ ਤੋਂ ਬਾਹਰ ਨੂੰ ਪ੍ਰਗਟ ਕਰਨਾ, ਅੰਦਰ ਤੋਂ ਬਾਹਰ ਨੂੰ ਲੈ ਕੇ ਆਉਣਾ। ਕੱਲਾ ਸਿੱਖਿਆ ਅਰਥ ਨਹੀਂ, ਆਪ ਸਾਰੇ ਦਰਦ ਜਾਣਦੇ ਹੋ। ਅੰਦਰ ਤੋਂ ਬਾਹਰ ਨੂੰ ਲਿਆਉਣਾ। ਗੁਰਮਖੋ, ਜਿਹੜੀ ਧੁਰ ਅੰਦਰ ਸੁਰਤ ਜੁੜੀ ਹੋਈ ਸੀ, ਉਸ ਰੱਬੀ ਗਿਆਨ ਨੂੰ, ਅੰਦਰ ਦੇ ਅਨੁਭਵ ਨੂੰ ਸੰਸਾਰ ਵਿੱਚ ਪ੍ਰਗਟ ਕਰ ਦਿੱਤਾ। ਉਹਨਾਂ ਨੇ ਪਰਾ ਬਾਣੀ ਤੋਂ ਬੈਖਰੀ ਬਾਣੀ ਵਿੱਚ ਲਿਆਂਦਾ। ਤੇ ਸਾਨੂੰ ਇੱਕ ਗੱਲ ਕਹੀ, ਮਨੁੱਖੋ ਤੁਸੀਂ ਬੈਖਰੀ ਬਾਣੀ ਤੋਂ ਸ਼ੁਰੂ ਕਰਿਓ, ਇੱਕ ਦਿਨ ਜਪਦਿਆਂ ਉੱਥੇ ਸੁਰਤ ਚਲੀ ਜਾਏਗੀ ਜਿੱਥੋਂ ਧੁਰ ਕੀ ਬਾਣੀ ਆਈ ਹੈ। ਫਿਰ ਬੇਨਤੀ ਹੈ, ਉਹਨਾਂ ਧੁਰ ਆਤਮੇ ਤੋਂ ਬਾਹਰ ਪ੍ਰਗਟ ਕੀਤੀ। ਸਾਨੂੰ ਇਹ ਸ਼ਬਦ ਕਹੇ, ਤੁਸੀਂ ਇਸ ਸ਼ਬਦ ਨੂੰ ਆਪਣੀ ਰਸਨਾ ਤੇ ਟਿਕਾ, ਧੁਰ ਅੰਦਰ ਤੱਕ ਜਾਇਓ। ਕੱਲ ਨੂੰ ਅੱਗੇ ਅਰਜ਼ ਕਰਾਂਗਾ, ਕਿਉਂਕਿ ਲੜੀ ਆਪਾਂ ਸ਼ੁਰੂ ਕਰ ਲਈ ਹੈ। ਸ਼ਬਦ ਹੀ ਬੋਲਬਾਲਾ ਹੈ। ਉਸ ਅਨੁਭਵ ਨੂੰ ਅੱਖਰਾਂ ਦਾ ਰੂਪ ਦਿੱਤਾ। ਇਹ ਅੱਖਰਾਂ ਵਿੱਚ ਆਪ ਉਹ ਸਮੋਇਆ ਹੋਇਆ ਹੈ। ਬਾਣੀ ਗੁਰੂ ਵੀ ਹੈ, ਬਾਣੀ ਨਿਰੰਕਾਰ ਵੀ ਹੈ। ਆਪ ਇੱਕ ਪਾਸੇ ਪਾਠ ਕਰਦੇ ਹੋ, ਵਾਹ ਵਾਹ ਬਾਣੀ ਨਿਰੰਕਾਰ ਹੈ। ਪਿਆਰਿਓ, ਆਕਾਰ ਦੇ ਤਾਂ ਅੱਖਰ ਹੀ ਕੋਈ ਨਹੀਂ ਹੁੰਦੇ। ਊੜਾ ਆਕਾਰ ਬਣੇਗਾ, ਬਾਣੀ ਲਫ਼ਜ਼ ਵੀ ਆਕਾਰ ਬਣੇਗਾ, ਨਿਰੰਕਾਰ ਲਫ਼ਜ਼ ਵੀ ਆਕਾਰ ਬਣ ਜਾਏਗਾ। ਨੰਨਾ ਕੱਕਾ ਰਾਰਾ ਲਿਖਾਂਗੇ, ਆਕਾਰ ਬਣੇਗਾ। ਸੱਚ ਇਹ ਵੇ ਬਾਣੀ ਨਿਰੰਕਾਰ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਪਰਲਾ ਨਿਰੰਕਾਰ ਹੀ ਨਹੀਂ, ਨਾਲੇ ਇਹ ਵੀ ਕਿਹਾ ਬਾਣੀ ਗੁਰੂ ਹੈ। ਬਾਣੀ ਮਹਾਰਾਜ ਨੇ ਕਿਹਾ ਕਿ ਸਤਿਗੁਰੂ ਕੀ ਬਾਣੀ ਇਹ ਗੁਰੂ ਹੈ ਤੇ ਗੁਰੂ ਬਾਣੀ ਰੂਪ ਹੈ। ਇਸ ਵਿਸ਼ੇ ਨੂੰ ਅੱਜ ਆਪਾਂ ਸ਼ੁਰੂ ਕੀਤਾ। ਕੱਲ ਨੂੰ ਫਿਰ ਬੇਨਤੀ ਕਰਾਂਗਾ ਇਸ ਤੋਂ ਅੱਗੇ ਕਿ ਕਿਵੇਂ ਇਹ ਬਾਣੀ ਸਤਿਗੁਰੂ ਆਪਣੀ ਰਸਨਾ ਤੋਂ ਉਚਾਰਦੇ ਆ। ਇਹ ਬਾਣੀ ਕਿਵੇਂ ਸੰਗ੍ਰਹਿ ਹੁੰਦੀ ਹੈ, ਇਸ ਬਾਣੀ ਦਾ ਪ੍ਰਕਾਸ਼ ਕਿਵੇਂ ਹੁੰਦਾ ਹੈ। ਗੁਰਮੁਖੋ, ਇਸ ਬਾਣੀ ਦੀ ਸੰਪੂਰਨਤਾ ਕਿਵੇਂ ਹੈ, ਇਸ ਗੁਰਬਾਣੀ ਨੂੰ ਗੁਰਗੱਦੀ ਕਿਵੇਂ ਹੈ। ਤੇ ਜਿਨ੍ਹਾਂ ਮਹਾਂਪੁਰਖਾਂ ਨੂੰ ਤੁਸੀਂ ਯਾਦ ਕਰਦੇ ਹੋ, ਭਾਈ ਸਾਹਿਬ ਨੇ ਦੱਸ ਰਹੇ ਸਨ ਕਿ ਉਹਨਾਂ ਨੇ ਉਸ ਵਕਤ ਜਦੋਂ ਐਮਰਜੈਂਸੀ ਦਾ ਵੇਲਾ ਸੀ 37 ਨਗਰ ਕੀਰਤਨ ਕੱਢੇ। ਇੰਨੀ ਗਿਣਤੀ ਹੈ ਨਾ ਜੀ। ਵੇਖੋ, ਸ਼ਬਦ ਆ ਸਾਡੇ ਕੋਲ ਪ੍ਰਕਾਸ਼ ਹੈ, ਪੋਥੀਆਂ ਸਾਡੇ ਘਰਾਂ 'ਚ ਨੇ। ਸ਼ਬਦ ਵੀ ਉਦੋਂ ਅਸਰ ਕਰਦਾ ਜਦੋਂ ਕਮਾਈ ਵਾਲੇ ਸਰੀਰ ਵਿੱਚੋਂ ਨਿਕਲ ਕੇ ਬਾਹਰ ਜਾਂਦਾ। ਜਦੋਂ ਉਹ ਨਿਕਲੇਗਾ ਨਾ, ਫਿਰ ਦੇਖੋ ਇਹ ਆਉਣ ਵਾਲੇ ਦਿਨਾਂ 'ਚ ਆਪਾਂ ਵਾਚਾਂਗੇ। ਮੇਰੇ ਤੋਂ ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਜੀ, ਕਿਰਪਾ ਕਰਕੇ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ